शास्त्र खाट पिंग गिरन चढ़ जाए। अंध लख बदरो सुनै जो काल कृपा कराए। श्री नानक अंगद गुरु अमरदास पगबंद रामदास अर्जन गुरु बर श्री हर गोविंद हर राय हर कृष्ण गुर तेग बहादुर चंद दसवें गोबिंद सिंह गुरु नमो चरण अरविंद। जिसमें है अमृत ज्ञान है मानक भगत वैराग। श्री गुरु ग्रंथ साहिब उदद बंदो कार्य अनुराग। श्री गुर शब्द कमाहे जिन जीते पंच विकार। तिन संतन को बंदना सिर चरणन पर धार। एक ओंकार सतगुरु तेह प्रसाद सच होए। वाहिगुरु जी की फतेह बेगन बिनासन सोए। वाहिगुरु जी की फतेह बेगन बिनासन सोए। सतनाम श्री वाहिगुरु साहिब जीओ। ऐंच लकीर तीर की तीर गमन्यो पुन पुर दिश को बीर। रेख निकारत आवत आगा सत द्रव जल पीछे तिस लागा। ऐंच लकीर तीर की तीर। वाहिगुरु जी का खालसा वाहिगुरु जी की फतेह। पतित पावन भगत वत्सल कृपा निधान दसां ही पातशाहियां दी आत्मक जोत गुरता गद्दी ते सुभाए मान। खंडां ब्रह्मंडां दे मालक लोक परलोक दे रक्षक सतगुरु श्री गुरु ग्रंथ साहिब जी महाराज जियां दी पावन पवित्र हजूरी अंदर जुड़ बैठी गुरु प्यारी गुरु सवारी खालसा साध संगत जीओ। आप गुरमुख प्यारे धनता दे योग हो जो सतगुरां ने कृपा करके सत संगत विच बैठण दा सुभागा समा बख्शिया है। आप बड़े प्रेम दे नाल बाबे शहीदां दे इन्हां पावन स्थानां ते दर्शन दीदारे करदे हो। गुरु घर दी मर्यादा है संध्या दे दीवाना विच आप संगतां रोजाना पावन श्री गुर इतिहास की लड़ीवार कथा विचार सरवण करते हो। आप संगत ने
ਪਿਛਲੇ ਪ੍ਰਸੰਗਾਂ ਦੇ ਵਿੱਚ ਸਰਵਣ ਕੀਤਾ ਹੈ ਕਿ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ। ਕਲਗੀਧਰ ਪਾਤਸ਼ਾਹ ਮਹਾਰਾਜ ਤੇ ਸਤਿਗੁਰਾਂ ਦੇ ਸਿੰਘ ਬੜੀ ਦਲੇਰੀ ਦੇ ਨਾਲ ਮੁਕਾਬਲਾ ਕਰ ਰਹੇ ਨੇ। ਤਾਂ ਸਿੰਘਾਂ ਦੀ ਤੇਗ ਅੱਗੇ ਅੜਿਆ ਨਹੀਂ ਜਾਂਦਾ, ਗਿਣਤੀ ਭਾਵੇਂ ਜ਼ਿਆਦਾ ਦੁਸ਼ਮਣਾਂ ਦੀ। ਤਾਂ ਜਿਹੜੇ ਵੈਰੀ ਨੇ ਫਿਰ ਚਾਲਾਂ ਚੱਲਦੇ ਨੇ, ਕਪਟ ਕਰਦੇ ਨੇ। ਉਹ ਚਾਹੁੰਦੇ ਨੇ ਵੀ ਅਸੀਂ ਸਿੰਘਾਂ ਦੀ ਤਲਵਾਰ ਦੇ ਸਾਹਮਣੇ ਵੀ ਨਾ ਜਾਈਏ ਤੇ ਸਾਡੀ ਜੰਗ ਦੇ ਵਿੱਚ ਜਿੱਤ ਹੋ ਜੇ। ਇਸ ਵਾਸਤੇ ਉਹਨਾਂ ਨੇ ਗੁਰੂ ਘਰ ਦੇ ਜੋ ਲੰਗਰ ਦੀਆਂ ਰਸਤਾਂ ਆਉਂਦੀਆਂ ਸੀ ਉਹ ਬੰਦ ਕੀਤੀਆਂ ਵੀ ਸਿੰਘ ਜਿਹੜੇ ਨੇ ਭੁੱਖੇ ਰਹਿ ਜਾਣ। ਭੁੱਖ ਦੇ ਨਾਲ ਬੇਹਾਲ ਹੋ ਕੇ ਸਾਡੇ ਅੱਗੇ ਸਮਰਪਣ ਕਰ ਦੇਣ, ਸਾਡੇ ਅੱਗੇ ਆਪਣੇ ਹਥਿਆਰ ਸਿੱਟ ਦੇਣ। ਇਹ ਵੀ ਚਾਲ ਜਦੋਂ ਕਾਮਯਾਬ ਨਾ ਹੋਈ ਤਾਂ ਇਹਨਾਂ ਨੇ ਜੋ ਅਨੰਦਪੁਰ ਸਾਹਿਬ ਨੂੰ ਦਰਿਆ ਦੇ ਵਿੱਚੋਂ ਨਾਲਾ ਆਉਂਦਾ ਸੀ ਜਲ ਦਾ ਸੂਆ ਵਗਦਾ ਸੀ, ਉਹ ਬੰਦ ਕਰ ਦਿੱਤਾ ਪਹਾੜੀ ਰਾਜਿਆਂ ਨੇ, ਜਿਹਦੇ ਕਰਕੇ ਅਨੰਦਪੁਰ ਸਾਹਿਬ ਨਗਰ ਦੇ ਵਿੱਚ ਜਲ ਨਹੀਂ ਆ ਰਿਹਾ। ਕਿਉਂਕਿ ਭੁੱਖ ਜਿਹੜੀ ਆ ਬੰਦਾ ਕੁਝ ਦਿਨ ਤੱਕ ਜਰ ਸਕਦਾ। ਹਰ ਇੱਕ ਦੀ ਆਪੋ ਆਪਣੀ ਸਮਰੱਥਾ ਹੁੰਦੀ ਹੈ, ਪਰ ਆਮ ਤੌਰ ਤੇ ਜੇ ਬੰਦੇ ਨੂੰ ਖਾਣ ਨੂੰ ਕੁਝ ਨਾ ਮਿਲੇ, ਘੱਟ ਤੋਂ ਘੱਟ 3-4 ਦਿਨ ਬੰਦਾ ਫਿਰ ਵੀ ਰਹਿ ਸਕਦਾ। ਪਰ ਜਲ ਜਿਹੜਾ ਇੰਨਾ ਜ਼ਰੂਰੀ ਆ ਵੀ ਜਲ ਤੋਂ ਬਿਨਾਂ ਤਾਂ ਇੱਕ ਦਿਨ 2 ਦਿਨ ਕੱਢਣੇ ਬੜੇ ਮੁਸ਼ਕਲ ਨੇ। ਭੁੱਖ ਜਿਹੜੀ ਆ ਉਹਦੇ ਅੱਗੇ ਅੜਿਆ ਜਾ ਸਕਦਾ, ਪਿਆਸ ਜਿਹੜੀ ਆ ਉਹਦੇ ਅੱਗੇ ਅੜਨਾ ਬੜਾ ਮੁਸ਼ਕਲ ਹੈ। ਕਿਉਂਕਿ ਸਾਡੇ ਸਰੀਰ ਦਾ ਤੀਜੇ ਹਿੱਸੇ ਤੋਂ ਵੱਧ ਜਿਹੜਾ ਹਿੱਸਾ ਉਹ ਜਲ ਹੈ। ਤਾਂ ਇਹਨਾਂ ਨੇ ਜਲ ਬੰਦ ਕਰ ਦਿੱਤਾ ਵੀ ਜਦੋਂ ਪਿਆਸ ਲੱਗੇਗੀ ਤਾਂ ਪਿਆਸ ਦੇ ਸਤਾਏ ਹੋਏ ਸਿੰਘ ਸਾਡੇ ਅੱਗੇ ਝੁਕ ਜਾਣਗੇ। ਪਰ ਕਲਗੀਧਰ ਪਾਤਸ਼ਾਹ ਦੀ ਐਸੀ ਰਹਿਮਤ ਹੈ, ਸਿੰਘ ਅਜੇ ਵੀ ਇਹਨਾਂ ਦੇ ਹਮਲਿਆਂ ਦਾ ਜਵਾਬ ਦੇ ਰਹੇ ਨੇ। ਤਾਂ ਸਤਿਗੁਰਾਂ ਨੇ ਜਦੋਂ ਜਲ ਦਾ ਵੇਖਿਆ ਵੀ ਜਲ ਨਹੀਂ ਆ ਰਿਹਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸਿੰਘ ਨੂੰ ਹੁਕਮ ਕੀਤਾ ਹੈ ਵੀ ਜਾ ਕੇ ਸਤਲੁਜ ਦਰਿਆ ਦੇ ਜਾ ਕੇ ਸਾਡਾ ਸੁਨੇਹਾ ਦੇ ਵੀ ਕੁੱਲ ਕਾਇਨਾਤ ਦੇ ਮਾਲਕ ਗੁਰੂ ਨਾਨਕ ਸਾਹਿਬ ਦੇ 10ਵੇਂ ਸਰੂਪ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੈਨੂੰ ਬੁਲਾ ਰਹੇ ਨੇ। ਉਹ ਕਹਿੰਦਾ ਮਹਾਰਾਜ ਉਹ ਆਏਗਾ। ਸਤਿਗੁਰੂ ਜੀ ਕਹਿੰਦੇ ਆਏਗਾ, ਕਿਉਂਕਿ ਗੁਰਬਾਣੀ ਕਹਿੰਦੀ ਹੈ ਨਾ, ਭੈ ਵਿੱਚ ਚੱਲੈ ਲੱਖ ਦਰਿਆਓ। ਦਰਿਆ ਵੀ ਰੱਬ ਦੇ ਗੁਰੂ ਦੇ ਭਾਣੇ ਦੇ ਵਿੱਚ, ਉਹਦੇ ਭੈ ਦੇ ਵਿੱਚ ਚੱਲਦੇ ਨੇ। ਤਾਂ ਉਹ ਸਿੱਖ ਗਿਆ, ਮਹਾਰਾਜ ਨੇ ਆਪਣਾ ਤੀਰ ਦਿੱਤਾ ਵੀ ਤੀਰ ਦੇ ਨਾਲ ਕਿਨਾਰੇ ਤੋਂ ਲਕੀਰ ਖਿੱਚਦਾ ਅਨੰਦਪੁਰ ਸਾਹਿਬ ਆ ਕੇ ਵੜ ਜੇ। ਉਸੇ ਲਕੀਰ ਦੀ ਸੇਧ ਨਾਲ ਜਲ ਵਗੇਗਾ ਇੱਧਰ ਦੀ। ਤਾਂ ਉਹ ਸਿੱਖ ਗਿਆ ਹੈ, ਜਾ ਕੇ ਸਾਰੀ ਵਾਰਤਾਲਾਪ ਦੱਸੀ ਹੈ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਯਾਦ ਕਰਦੇ ਨੇ। ਇਸ ਤਰ੍ਹਾਂ ਆਪ ਸੰਗਤ ਨੇ ਪਿਛਲੇ ਪ੍ਰਸੰਗ ਦੇ ਵਿੱਚ ਇਤਿਹਾਸ ਸਰਵਣ ਕੀਤਾ ਹੈ। ਉਸ ਤੋਂ ਅੱਗੇ ਜੋ ਇਤਿਹਾਸ ਆ ਰਿਹਾ ਹੈ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਐਂਚ ਲਕੀਰ ਤੀਰ ਕੀ ਤੀਰ। ਦਾ ਕਿਨਾਰਾ, ਇੱਕ ਤੀਰ ਕਹਿੰਦੇ ਨੇ ਕਿਨਾਰੇ ਨੂੰ, ਇੱਕ ਤੀਰ ਜਿਹੜਾ ਸ਼ਸਤਰ ਹੈ। ਵੇਖੋ ਕਿੰਨੇ ਕਿੰਨੇ ਅਰਥ ਬਣ ਜਾਂਦੇ ਇੱਕ ਸ਼ਬਦ ਦੇ। ਤਾਂ ਤੀਰ ਨੂੰ ਮਹਾਰਾਜ ਦੇ ਬਖਸ਼ੇ ਹੋਏ ਬਾਣ ਨੂੰ ਲੈ ਕੇ ਦਰਿਆ ਦੇ ਕਿਨਾਰੇ ਦੇ ਕੋਲ ਗਿਆ। ਗਮਨਿਓ ਪੁੰਨਪੁਰ ਦਿਸ ਕੋ ਬੀਰ। ਇਸ ਤਰ੍ਹਾਂ ਕਿਨਾਰੇ ਤੋਂ ਲਕੀਰ ਖਿੱਚਦਾ ਹੋਇਆ ਇਹ ਗੁਰੂ ਘਰ ਦਾ ਸੂਰਮਾ ਸਿੰਘ ਨਗਰ ਵੱਲ ਨੂੰ ਤੁਰ ਪਿਆ। ਅਨੰਦਪੁਰ ਸਾਹਿਬ ਵੱਲ ਨੂੰ ਲਕੀਰ ਖਿੱਚਦਾ ਜਾ ਰਿਹਾ ਹੈ। ਰੇਖ ਨਿਕਾਰਤ ਆਵਤ ਆਗਾ। ਇਸ ਤਰ੍ਹਾਂ ਇੱਕ ਰੇਖਾ ਖਿੱਚਦਾ ਹੋਇਆ
ਇੱਕ ਲਕੀਰ ਖਿੱਚਦਾ ਹੋਇਆ ਅੱਗੇ ਨੂੰ ਵਧਦਾ ਆਉਂਦਾ ਹੈ। ਸਤਿਦਰਵ ਜਲ ਪਿਛੇ ਤਿਸ ਲਾਗਾ। ਤਾਂ ਜਿਵੇਂ ਜਿਵੇਂ ਸਿੰਘ ਮਹਾਰਾਜ ਦਾ ਤੀਰ ਲੈ ਕੇ ਆਨੰਦਪੁਰ ਸਾਹਿਬ ਵੱਲ ਨੂੰ ਤੁਰਿਆ ਜਾਂਦਾ, ਉਹ ਤੀਰ ਦੀ ਖਿੱਚੀ ਹੋਈ ਲਕੀਰ ਦੇ ਉੱਤੇ ਉੱਤੇ ਸਤਲੁਜ ਦਰਿਆ ਦਾ ਜਲ ਉਹਦੇ ਪਿੱਛੇ ਪਿੱਛੇ ਤੁਰ ਪਿਆ। ਤੀਰ ਲਕੀਰ ਨੀਰ ਗੰਭੀਰ। ਜਿਹੜੀ ਤੀਰ ਦੀ ਲਕੀਰ ਹੈ ਨਾ, ਉਹਦੇ ਉੱਤੇ ਜਿਹੜਾ ਜਲ ਆ ਰਿਹਾ ਉਹ ਹੋਰ ਡੂੰਘਾ ਹੋਈ ਜਾਂਦਾ। ਮਾਨੋ ਇੱਕ ਨਿੱਕੇ ਜਿਹੇ ਵਹਿਣ ਤੋਂ ਇੱਕ ਨਾਲੇ ਦਾ, ਇੱਕ ਨਦੀ ਦਾ ਰੂਪ ਧਾਰਦਾ ਜਾਂਦਾ ਹੈ। ਇਸ ਤਰ੍ਹਾਂ ਬਹੁਤ ਜ਼ਿਆਦਾ ਡੂੰਘਾ ਜਲ ਵਗਣ ਲੱਗ ਪਿਆ ਪਿੱਛੇ ਪਿੱਛੇ। ਗਮਨਿਓ ਆਏ ਵੀਰਪੁਰ ਤੀਰ। ਤਾਂ ਜਿਹੜਾ ਉਹ ਮਹਾਰਾਜ ਦਾ ਭੇਜਿਆ ਸਿੰਘ ਸੀ, ਉਹ ਲਕੀਰ ਖਿੱਚਦਾ ਖਿੱਚਦਾ ਜਦੋਂ ਨਗਰ ਦੇ ਨੇੜੇ ਆਇਆ ਹੈ, ਮਨ ਮਹਿ ਭਇਓ ਭਰਮ ਤਿਸ ਕੇਰੇ। ਉਹਦੇ ਮਨ ਵਿੱਚ ਭਰਮ ਆ ਗਿਆ। ਇਹ ਸਾਧ ਸੰਗਤ ਜੀ, ਜੇ ਕਹੀਏ ਉਹਦੀ ਵੀ ਗਲਤੀ ਨਹੀਂ। ਗੁਰੂ ਦੀ ਕਰਾਮਾਤ ਬੜੀ ਵੱਡੀ ਹੈ, ਗੁਰੂ ਬੜੀ ਵੱਡੀ ਹਸਤੀ ਹੈ। ਤੇ ਜਦੋਂ ਗੁਰੂ ਦਾ ਬਚਨ ਕਰਦੇ ਆ ਨਾ, ਗੁਰੂ ਦੀ ਅਜ਼ਮਤ ਦੀ ਗੱਲ ਕਰਦੇ ਆ, ਟਾਵੇਂ ਟਾਵੇਂ ਹੁੰਦੇ ਨੇ ਪੱਕੇ, ਜਿਨ੍ਹਾਂ ਨੂੰ ਭਰੋਸਾ ਵੱਜਦਾ, ਬਹੁਤਿਆਂ ਦੇ ਮਨ ਵਿੱਚ ਭਰਮ ਪੈਦਾ ਹੋ ਜਾਂਦੇ ਨੇ, ਬਹੁਤਿਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ। ਗਿਆਨ ਵੀ ਜਿਹੜਾ ਹੈ ਨਾ, ਇਹ ਅਵਸਥਾ ਜਿਹੜੀ ਆ ਸੇਵਾ ਕਰਕੇ ਹੌਲੀ ਹੌਲੀ ਸੰਗਤ ਕਰਕੇ ਬਣਦੀ ਹੈ, ਫਿਰ ਪਤਾ ਲੱਗਦਾ। ਇਸੇ ਤਰ੍ਹਾਂ ਗਿਆਨ ਹੈ। ਗਿਆਨ ਹੈ ਤਾਂ ਬੜਾ ਚੰਗਾ, ਪਰ ਜੇ ਇੱਕੇ ਦਮ ਕਹੀਏ ਨਾ ਕਿਸੇ ਨੂੰ ਦੇ ਦਈਏ ਤੇ ਉਹਨੂੰ ਲੜ ਜਾਂਦਾ। ਕੋਈ ਵੀ ਦਵਾਈ ਹੈ, ਕੋਈ ਚੀਜ਼ ਆ, ਡਾਕਟਰ ਕਹਿੰਦੇ ਨੇ ਵੀ ਸ਼ੁਰੂਆਤ ਕਰੋ ਥੋੜੀ ਤੋਂ, ਫਿਰ ਵਧਾਉਂਦੇ ਜਾਓ ਉਹਨੂੰ। ਤੇ ਜੇ ਇੱਕੇ ਵਾਰ ਹੀ ਦੁਗਣੀ ਤਿਗਣੀ ਕਿਸੇ ਨੂੰ ਡੋਜ਼ ਦੇ ਦਿਆਂਗੇ ਤੇ ਉਹਦੀ ਮੌਤ ਤੈਅ ਆ। ਇਸੇ ਤਰ੍ਹਾਂ ਗਿਆਨ ਹੈ, ਇੱਕਦਮ ਕਿਸੇ ਨੂੰ ਜ਼ਿਆਦਾ ਮਿਲ ਜੇ ਤੇ ਉਹਨੂੰ ਪਚਦਾ ਨਹੀਂ। ਤੇ ਇਸੇ ਤਰ੍ਹਾਂ ਗੁਰੂ ਦੀ ਅਜ਼ਮਤ ਹੈ, ਬਿਨਾਂ ਸੰਗਤ ਕੀਤਿਆਂ, ਬਿਨਾਂ ਸੇਵਾ ਕੀਤਿਆਂ ਹਜਮ ਨਹੀਂ ਹੁੰਦੀ। ਕਈ ਵਾਰੀ ਤਾਂ ਸੇਵਾ ਵਾਲੇ ਵੀ ਮਨ ਵਿੱਚ ਭਰਮ ਖਾ ਜਾਂਦੇ ਹਨ। ਇਹ ਗੁਰਸਿੱਖ ਹੈ ਤਾਂ ਬੜਾ ਮਹਾਨ, ਗੁਰੂ ਦਾ ਸਤ ਬਚਨੀ, ਪਰ ਇਹਦੇ ਮਨ ਵਿੱਚ ਵੀ ਭਰਮ ਆ ਗਿਆ। ਆਵਤ ਜਲ ਕੈ ਨਹੀਂ ਪਛੇਰੇ। ਤਾਂ ਇਹਦੇ ਮਨ ਵਿੱਚ ਇਹ ਸ਼ੰਕਾ ਆ ਗਿਆ ਵੀ ਪਤਾ ਨਹੀਂ ਜਲ ਮੇਰੇ ਪਿੱਛੇ ਆਉਂਦਾ ਵੀ ਹੈ ਕਿ ਨਹੀਂ। ਤਾਂ ਗੁਰੂ ਦੇ ਕਹੇ ਬਚਨ ਤੋਂ ਕਹਿ ਲਓ ਵੀ ਇਹਦਾ ਮਨ ਥੋੜਾ ਥੋੜਾ ਮੁਨਕਰ ਹੋ ਗਿਆ। ਇਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਵੀ ਪਤਾ ਨਹੀਂ, ਮਹਾਰਾਜ ਤਾਂ ਕਹਿੰਦੇ ਸੀ ਆ ਜਾਏਗਾ ਜਲ ਮਗਰ, ਪਰ ਪਤਾ ਨਹੀਂ ਜਲ ਮੇਰੇ ਪਿੱਛੇ ਆ ਰਿਹਾ ਹੈ ਜਾਂ ਨਹੀਂ। ਸਤਿਗੁਰ ਕੀ ਆਗਿਆ ਇਨ ਮਾਨੀ। ਤਾਂ ਇਹਨੇ ਜਲ ਨੇ, ਸਤਲੁਜ ਦਰਿਆ ਨੇ, ਪਤਾ ਨਹੀਂ ਵੀ ਸਤਿਗੁਰਾਂ ਦੀ ਆਗਿਆ ਮੰਨੀ ਵੀ ਹੈ ਜਾਂ ਨਹੀਂ ਮੰਨੀ। ਕਿਦੋਂ ਨਾ ਮਾਨੀ ਆਏ ਨਾ ਪਾਨੀ। ਜੇ ਇਹਨੇ ਮੰਨੀ ਨਾ ਹੋਈ ਆਗਿਆ, ਜੇ ਇਹਨੇ ਮਹਾਰਾਜ ਦਾ ਹੁਕਮ ਨਾ ਮੰਨਿਆ ਹੋਇਆ, ਤੇ ਹੋ ਸਕਦਾ ਪਾਣੀ ਮਗਰ ਨਾ ਆਉਂਦਾ ਹੋਵੇ। ਜੇ ਤਾਂ ਨਾ ਵੇਖਦਾ ਤੇ ਸਾਰਾ ਹੀ ਕਰਜ਼ ਨੇਪਰੇ ਚੜ ਜਾਣਾ ਸੀ। ਜੇ ਤਾਂ ਸ਼ਰਧਾ ਧਾਰ ਕੇ ਤੁਰਿਆ ਆਉਂਦਾ, ਫਿਰ ਤਾਂ ਜੋ ਮਹਾਰਾਜ ਨੇ ਹੁਕਮ ਕੀਤਾ ਸੀ ਸਾਰਾ ਕਾਰਜ ਰਾਸ ਹੋ ਜਾਣਾ ਸੀ। ਪਰ ਗੁਰੂ ਨੇ ਵੀ ਸਿੱਖਿਆ ਦੇਣੀ ਹੁੰਦੀ ਹੈ। ਗੁਰੂ ਜਿਹਦੇ ਤੋਂ ਐਡਾ ਵੱਡਾ ਕਾਰਜ ਲੈ ਸਕਦਾ, ਉਹਦੇ ਮਨ ਵਿੱਚ ਸ਼ਰਧਾ ਵੀ ਭਰ ਸਕਦਾ। ਪਰ ਆਉਣ ਵਾਲੇ ਸਮੇਂ ਤੱਕ ਇੱਕ ਮਹਾਰਾਜ ਨੇ ਮਿਸਾਲ ਪੈਦਾ ਕਰਨੀ ਸੀ, ਇੱਕ ਸਾਨੂੰ ਸਿੱਖਿਆ ਦੇਣੀ ਸੀ ਵੀ ਗੁਰੂ ਦੀ ਕੀਤੀ ਤੇ ਗੁਰੂ ਦੇ ਬਚਨ ਤੇ ਕਦੀ ਸ਼ੰਕਾ ਨਹੀਂ ਕਰਨਾ ਚਾਹੀਦਾ। ਜੋ ਗੁਰੂ ਕਰਦਾ ਹੈ, ਜੋ ਗੁਰੂ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਬਾਣੀ ਵਿੱਚ ਕਹਿੰਦੇ ਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਹਿ ਦਿੱਤਾ ਉਹ ਸੱਚ ਹੈ। ਗੁਰੂ ਦੇ ਬਚਨ ਤੇ ਕਦੀ ਵੀ ਸ਼ੰਕਾ ਕਿੰਤੂ ਨਹੀਂ ਕਰਨੀ ਚਾਹੀਦੀ, ਭੁਲੇਖਿਆਂ ਵਿੱਚ ਨਹੀਂ ਪੈਣਾ ਚਾਹੀਦਾ। ਤਾਂ ਇਹਦੇ ਮਨ ਵਿੱਚ ਭੁਲੇਖਾ ਸੀ ਵੀ ਪਤਾ ਨਹੀਂ ਸਤਲੁਜ ਨੇ ਮਹਾਰਾਜ ਦਾ ਬਚਨ ਨਾ ਮੰਨਿਆ ਹੋਵੇ, ਸ਼ਾਇਦ ਮੇਰੇ ਪਿੱਛੇ ਜਲ ਨਾ ਆ ਰਿਹਾ ਹੋਵੇ। ਗਰੀਬ ਮੋਰ ਕੈ ਕੀਨ ਬਲੋਕਨ। ਤਾਂ ਇਹਨੇ ਤੁਰਦੇ ਤੁਰਦੇ ਨੇ ਆਪਣੀ ਧੌਣ ਮੋੜ ਕੇ
ਸਿਰ ਪਿੱਛੇ ਵੱਲ ਨੂੰ ਕਰਕੇ ਤੱਕਿਆ ਹੈ ਜਲ ਵੱਲ। ਆਏ ਪ੍ਰਵਾਹ ਨ ਹੋਏ ਕਿਮ ਰੋਕਨ। ਤਾਂ ਜਦੋਂ ਪਿੱਛੇ ਵੇਖਿਆ ਇਹਦਾ ਮਨ ਡਰ ਗਿਆ ਵੇਖ ਕੇ, ਇਹਦਾ ਮਨ ਡੋਲ ਗਿਆ। ਇੰਨਾ ਜ਼ਿਆਦਾ ਜਲ ਆ ਰਿਹਾ ਹੈ, ਇੰਨੀ ਰਫ਼ਤਾਰ ਦੇ ਨਾਲ, ਇੰਨੀ ਜ਼ਿਆਦਾ ਮਾਤਰਾ ਦੇ ਵਿੱਚ। ਇਹਨੇ ਸੋਚਿਆ ਵੀ ਇੰਨਾ ਜਲ ਤਾਂ ਮੇਰੇ ਤੋਂ ਰੋਕਿਆ ਨਹੀਂ ਜਾਣਾ। ਨਦੀ ਤੀਰ ਤੇ ਤੀਰ ਲਕੀਰ। ਨਦੀ ਦੇ ਕਿਨਾਰੇ ਤੋਂ ਸਤਿਗੁਰਾਂ ਦੇ ਬਖਸ਼ੇ ਹੋਏ ਤੀਰ ਦੀ ਜਿਹੜੀ ਲਕੀਰ ਖਿੱਚੀ ਸੀ, ਤਹ ਕੋ ਆਵਤ ਨੀਰ ਗਹੀਰ। ਉਹ ਲਕੀਰ ਦੇ ਵਿੱਚੋਂ ਦੀ ਆਪਣਾ ਰਾਹ ਬਣਾਉਂਦਾ ਹੋਇਆ ਬੜਾ ਜ਼ਿਆਦਾ ਸਤਲੁਜ ਦਾ ਜਲ ਬਹੁਤ ਭਾਰੀ ਮਾਤਰਾ ਦੇ ਵਿੱਚ ਆ ਰਿਹਾ ਹੈ। ਗੰਗ ਧਾਰ ਸਮ ਉਜਲ ਧਾਰਾ। ਜਿਵੇਂ ਕਹਿੰਦੇ ਗੰਗਾ ਦੀ ਧਾਰ ਸੀ ਨਾ ਪੁਰਾਣੇ ਸਮਿਆਂ ਵਿੱਚ, ਗੰਗਾ ਦਾ ਜਲ ਬੜਾ ਪਵਿੱਤਰ ਸੀ, ਬੜਾ ਸਾਫ਼ ਸੁਥਰਾ ਸੀ। ਅੱਜ ਕੱਲ ਤਾਂ ਉਹ ਵੀ ਨਾਲਾ ਹੀ ਬਣਾ ਕੇ ਰੱਖ ਦਿੱਤਾ ਲੋਕਾਂ ਨੇ। ਅੱਜ ਤਾਂ ਨਦੀਆਂ ਦਰਿਆਵਾਂ ਦਾ ਕੋਈ ਹਾਲ ਹੀ ਨਹੀਂ, ਤੇ ਨਾ ਲੋਕ ਸੋਚਦੇ ਨੇ ਤੇ ਨਾ ਹੀ ਜਿਹੜੇ ਸਮੇਂ ਦੇ ਨੁਮਾਇੰਦੇ ਚੁਣੇ ਉਹ ਸੋਚਦੇ ਨੇ। ਪਾਣੀ ਨੂੰ ਪਿਤਾ ਆਖਿਆ ਸਾਡੇ ਸਤਿਗੁਰਾਂ ਨੇ, ਪਰ ਜਿੰਨੀ ਪਿਤਾ ਦੀ ਬੇਕਦਰੀ ਹੋਣ ਦੀ ਇੰਨੀ ਕਿਸੇ ਦੀ ਵੀ ਨਹੀਂ। ਆ ਕੱਲ ਪਰਸੋਂ ਇੱਕ ਪਤਾ ਨਹੀਂ ਸੱਚਾ ਕਿ ਝੂਠਾ ਬਿਆਨ ਚੱਲਦਾ ਵੀ ਜਿਹੜਾ ਪਰਾਲੀ ਸਾੜਦਾ ਉਹਨੂੰ ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ। ਪਰ ਜਿਨ੍ਹਾਂ ਦੀਆਂ ਫੈਕਟਰੀਆਂ ਨੇ ਦੁੱਧ ਵਰਗੇ ਚਿੱਟੇ ਪਾਣੀਆਂ ਨੂੰ ਕਾਲੇ ਕਰਤਾ, ਅੱਜ ਤੱਕ ਨਾ ਉਹਨਾਂ ਨੂੰ ਜੁਰਮਾਨਾ ਹੋਇਆ ਨਾ ਕਿਸੇ ਨੂੰ ਸਜ਼ਾ ਹੋਈ। ਕਿਉਂ? ਕਿਉਂਕਿ ਕਿਸਾਨ ਪਾਰਟੀਆਂ ਨੂੰ ਫੰਡ ਨਹੀਂ ਨਾ ਦਿੰਦੇ, ਫੈਕਟਰੀਆਂ ਵਾਲੇ ਦਿੰਦੇ ਫੰਡ, ਤਾਂ ਸਾਡਾ ਪਾਣੀ ਗੰਧਲਾ ਕਰਦਾ। ਪਰ ਜਦੋਂ ਪੁਰਾਣਾ ਸਮਾਂ ਸੀ, ਕਹਿੰਦੇ ਵੀ ਜਲ ਦੇ ਵਿੱਚ ਇਹੋ ਜਿਹੀ ਗੰਦਗੀ ਨਹੀਂ ਸੀ, ਜਿੱਥੋਂ ਮਰਜ਼ੀ ਜਲ ਛਕਿਆ ਜਾ ਸਕਦਾ ਸੀ, ਵਰਤਿਆ ਜਾ ਸਕਦਾ ਸੀ। ਤਾਂ ਗੰਗਾ ਦੀ ਉਜਲ ਧਾਰਾ ਵਰਗਾ ਸਾਫ਼ ਚਿੱਟਾ ਜਲ ਮਹਾਰਾਜ ਦੀ ਨਗਰੀ ਆਨੰਦਪੁਰ ਸਾਹਿਬ ਵੱਲ ਨੂੰ ਵਗਦਾ ਹੈ। ਹੋਏ ਦੁਗਧ ਸਮ ਬਿਗਹ ਧਾਰਾ। ਬੜੇ ਜ਼ਿਆਦਾ ਗਤੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਦੁੱਧ ਵਰਗਾ ਚਿੱਟਾ ਜਲ ਆ ਰਿਹਾ ਹੈ। ਹਿਰਦੈ ਸਿੰਘ ਕੇ ਦੀਰਘ ਭਾਸੈ। ਤਾਂ ਸਿੰਘ ਨੇ ਵੇਖਿਆ ਵੀ ਇਹ ਤਾਂ ਬੜਾ ਕੰਮ ਵੱਡਾ ਹੀ ਹੋ ਗਿਆ ਮੇਰੇ ਤੋਂ। ਉਹਨੇ ਜਦੋਂ ਜਲ ਵੇਖਿਆ ਉਹਨੂੰ ਲੱਗਾ ਵੀ ਇਹ ਜਲ ਦੀ ਮਾਤਰਾ ਜ਼ਿਆਦਾ ਹੈ, ਜਲ ਦਾ ਪ੍ਰਵਾਹ ਜ਼ਿਆਦਾ ਹੈ, ਇਹ ਸਾਡੇ ਤੋਂ ਸਾਂਭਿਆ ਨਹੀਂ ਜਾਣਾ। ਜਨ ਜਲ ਧਾਰ ਆਏ ਲਖ ਤਾਸੈ। ਤਾਂ ਉਹ ਜਿਹੜਾ ਸਿੱਖ ਸੀ ਉਹ ਜਲ ਦੀ ਧਾਰਾ ਨੂੰ ਵੇਖ ਕੇ ਡਰ ਗਿਆ, ਭੈ ਭੀਤ ਹੋ ਗਿਆ ਜਲ ਦੇ ਪ੍ਰਵਾਹ ਨੂੰ ਵੇਖ ਕੇ। ਬਹੁਰ ਵਿਚਾਰਤ ਭਾਉਰ ਐਸੇ। ਤਾਂ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕਰਨ ਲੱਗਾ, ਹਮਰੋ ਹੋਏ ਬਚਾਏ ਅਬ ਕੈਸੇ। ਕਹਿਣ ਲੱਗਾ ਸਾਡਾ ਬਚਾਅ ਕਿਵੇਂ ਹੋਏਗਾ ਸਿੱਖਾਂ ਦਾ। ਅਸੀਂ ਆਨੰਦਪੁਰ ਦੇ ਵਾਸੀ ਕਿਸ ਤਰ੍ਹਾਂ ਆਪਣਾ ਬਚਾਅ ਕਰਾਂਗੇ। ਮੈਂ ਲੇਕਰ ਜਬ ਪੁਰ ਮਹਿ ਬਰੋ। ਜਦੋਂ ਮੈਂ ਇੰਨਾ ਜ਼ਿਆਦਾ ਜਲ ਲੈ ਕੇ, ਇੰਨਾ ਭਾਰੀ ਤੇਜ਼ੀ ਦੇ ਨਾਲ ਆ ਰਿਹਾ ਜਲ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਵੜਾਂਗਾ। ਜਹ ਕਹਿ ਜਲ ਵਿਸਾਲ ਕੋ ਕਰੋ। ਤਾਂ ਇੰਨਾ ਜਿਹੜਾ ਜਲ ਹੈ ਨਾ, ਇਹ ਤਾਂ ਘਰਾਂ ਦੇ ਵਿੱਚ ਹਰੇਕ ਥਾਂ ਤੇ ਵੜ ਜਾਣਾ, ਇਹਨੇ ਸਾਰੇ ਪਾਸੇ ਫੈਲ ਜਾਣਾ, ਇੰਨੇ ਜ਼ਿਆਦੇ ਜਲ ਨੇ। ਦੁਰਗ ਆਦ ਸਭ ਸਦਨ ਗਿਰਾਵੇ। ਇਹਨੇ ਤਾਂ ਕਿਹੜਾ ਹੀ ਸਾਡਾ ਢਾਹ ਕੇ ਰੱਖ ਦੇਣਾ। ਹੁਣ ਗੱਲ ਤਾਂ ਭਰੋਸੇ ਦੀ ਆ ਨਾ ਸਾਧ ਸੰਗਤ ਜੀ, ਜਿਨ੍ਹਾਂ ਦਾ ਭਰੋਸਾ ਵੱਜ ਗਿਆ ਉਹਨਾਂ ਨਾਲ ਹੀ ਤਾਂ ਫਿਰ ਭਾਵੇਂ ਤੂਫਾਨ ਆ ਜਾਣ, ਭਾਵੇਂ ਹਨੇਰੀਆਂ, ਉਹਨਾਂ ਦਾ ਮਨ ਨਹੀਂ ਡੋਲਦਾ। ਤੇ ਜਿਹਦਾ ਮਨ ਡੋਲ ਗਿਆ ਉਹ ਪੂਰੇ ਗੁਰੂ ਤੇ ਵੀ ਫਿਰ ਸ਼ਰਧਾ ਨਹੀਂ ਧਾਰ ਸਕਦਾ। ਪਤਾ ਵੀ ਇਹ ਵੀ ਕਲਗੀਧਰ ਪਾਤਸ਼ਾਹ ਆਪ ਕਿਲੇ ਦੇ ਵਿੱਚ ਨੇ, ਮਹਾਰਾਜ ਦਾ ਹੁਕਮ ਮੰਨ ਕੇ ਆ ਰਿਹਾ। ਪਰ ਸਿੱਖ ਦੇ ਮਨ ਵਿੱਚ ਸ਼ੰਕਾ ਆਈ, ਸੋਚਦਾ ਵੀ ਇਸ ਜਲ ਨੇ ਤਾਂ ਸਾਡਾ ਕਿਲਾ ਢਾ ਦੇਣਾ, ਇਹਨੇ ਸਾਡੇ ਘਰ ਤੋੜ ਦੇਣੇ ਹਨ। ਜਲ ਆਗੇ ਕੋ ਠਹਿਰਨ ਪਾਵੇ। ਤਾਂ ਇਹੋ ਜਿਹਾ ਕਿਹੜਾ ਬੰਦਾ ਜਿਹੜਾ ਜਲ ਅੱਗੇ ਠਹਿਰ ਸਕੇ। ਜਲ ਅੱਗੇ ਠਹਿਰਿਆ ਨਹੀਂ ਜਾਂਦਾ। ਭਾਵ ਕਹਿੰਦੇ ਨੇ ਨਾ ਵੀ ਵਗਦੇ ਦਰਿਆਵਾਂ ਨੂੰ ਹਿੱਕਾਂ ਢਾਹ ਕੇ ਰੋਕਿਆ ਨਹੀਂ ਜਾਂਦਾ।
ਤਾਂ ਇਹਦੇ ਅੱਗੇ ਕਿਹੜਾ ਖੜੇਗਾ, ਇਹਨੂੰ ਕਿਹੜਾ ਰੋਕੇਗਾ। ਨਿਸ ਕੋ ਸਮਾ ਨ ਜਾਣੈ ਕੋਈ। ਇੱਕ ਦਿਨ ਹੋਵੇ ਬੰਦਾ 100 ਬੰਦੋਬਸਤ ਕਰ ਲੈਂਦਾ, ਭੱਜ ਨੱਸ ਕਰ ਲੈਂਦਾ, ਸਮਾਨ ਸਾਂਭ ਲੈਂਦਾ। ਰਾਤ ਦਾ ਵੇਲਾ, ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਬਹੁਤਿਆਂ ਨੂੰ। ਲਖੈ ਲੋਕ ਕਿਆ ਪਰਲੈ ਹੋਈ। ਤਾਂ ਜਦੋਂ ਲੋਕਾਂ ਨੂੰ ਪਤਾ ਲੱਗਣਾ ਉਹਨੇ ਨੂੰ ਤਾਂ ਕਹਿੰਦੇ ਪਰਲੋ ਹੋ ਜਾਣੀ ਹੈ, ਕਿਆਮਤ ਹੋ ਜਾਣੀ ਹੈ। ਭਾਵ ਨਗਰ ਦੇ ਉੱਤੇ ਜਲ ਦਾ ਕਹਿਰ ਹੋ ਜਾਣਾ ਹੈ। ਨਰ ਨਾਰੀ ਨਿਰਣੈ ਕਿਆ ਕਰੈ। ਇਸ ਤਰ੍ਹਾਂ ਜਿਹੜੇ ਲੋਕ ਨੇ ਉਹ ਕੀ ਕਰਨਗੇ, ਇੰਨੀ ਜਲਦੀ ਦੇ ਨਾਲ ਕੋਈ ਫੈਸਲਾ ਨਹੀਂ ਲਿਆ ਜਾਣਾ। ਉਹਨਾਂ ਨੂੰ ਸਮਝ ਨਹੀਂ ਲੱਗਣੀ ਅਸੀਂ ਕੀ ਕਰੀਏ। ਜਲ ਕੋ ਕਸ਼ਟ ਅਚਾਨਕ ਪਰੈ। ਕਿਉਂਕਿ ਇੰਨਾ ਜ਼ਿਆਦਾ ਜਲ ਆ ਗਿਆ, ਉਹਨਾਂ ਨੂੰ ਦੁੱਖ ਪੈ ਜਾਣਾ। ਇੰਨਾ ਜਲ ਆਉਣ ਦੇ ਨਾਲ ਨਗਰ ਵਿੱਚ ਹੜ੍ਹ ਆ ਜਾਣਾ, ਤਾਂ ਇਹ ਮੁਸੀਬਤ ਅਚਾਨਕ ਉਹਨਾਂ ਦੇ ਸਿਰ ਪੈ ਜਾਣੀ ਹੈ। ਅਬ ਮੈਂ ਜੇਕਰ ਜੋਰ ਹਟਾਵਾਂ। ਤਾਂ ਜੇ ਹੁਣ ਮੈਂ ਇਹਨੂੰ ਹੱਥ ਜੋੜ ਕੇ ਪਿੱਛੇ ਮੋੜਦਾ, ਮਿਹਨਤ ਤਰਲਾ ਕਰਕੇ ਬੇਨਤੀ ਕਰਕੇ ਲਿਆਇਆ ਸਾਂ, ਜੇ ਹੱਥ ਜੋੜ ਕੇ ਇਹਨੂੰ ਮੈਂ ਪਿੱਛੇ ਹਟਾ ਦਾਂ ਸਤਲੁਜ ਦੇ ਜਲ ਨੂੰ। ਨਰ ਨਾਰਨ ਜੁਤ ਨਗਰ ਬਚਾਵਾਂ। ਤਾਂ ਸਾਰੇ ਜਿੰਨੇ ਵੀ ਸਿੱਖ ਨੇ, ਬੀਬੀਆਂ ਨੇ, ਬੱਚੇ ਰਹਿੰਦੇ ਨੇ, ਉਹਨਾਂ ਦਾ ਬਚਾਅ ਹੋ ਜਾਏਗਾ। ਤਾਂ ਸਿੱਖ ਵਿਚਾਰ ਕਰਦਾ ਹੈ ਵੀ ਜਲ ਨੂੰ ਪਿੱਛੇ ਮੋੜ ਕੇ ਮੈਂ ਸਾਰੇ ਨਗਰ ਨੂੰ ਬਚਾ ਲਵਾਂਗਾ। ਜੇ ਪ੍ਰਵਾਹ ਕੋ ਲੈ ਕਰ ਜਾਵੋ। ਤਾਂ ਜੇ ਇਸੇ ਤਰ੍ਹਾਂ ਜਲ ਦੇ ਰੋੜ ਨੂੰ, ਜਲ ਦੀਆਂ ਲਹਿਰਾਂ ਨੂੰ ਲੈ ਕੇ ਨਾਲ ਨਗਰ ਵਿੱਚ ਚਲਾ ਗਿਆ। ਲਗੈ ਪਾਪ ਬਲ ਹਵੈ ਨਾ ਮਿਟਾਵੋ। ਲੋਕਾਂ ਦੇ ਘਰ ਰੁੜ ਜਾਣਗੇ, ਬੱਚੇ ਰੁੜ ਜਾਣਗੇ, ਪਸ਼ੂ ਰੁੜ ਜਾਣਗੇ, ਲੋਕਾਂ ਦਾ ਨੁਕਸਾਨ ਹੋਏਗਾ, ਮੈਨੂੰ ਪਾਪ ਲੱਗੇਗਾ। ਤੇ ਮੇਰੇ ਵਿੱਚ ਇੰਨਾ ਬਲ ਨਹੀਂ, ਇੰਨੀ ਮੇਰੀ ਭਗਤੀ ਨਹੀਂ ਵੀ ਮੈਂ ਇਸ ਪਾਪ ਤੋਂ ਬਚ ਸਕਾਂ, ਇਸ ਪਾਪ ਨੂੰ ਆਪਣੇ ਸਿਰ ਤੋਂ ਹਟਾ ਸਕਾਂ। ਇਤਿਆਦਿਕ ਵਿਚਾਰ ਕਰ ਬੰਦੇ। ਤਾਂ ਇਸ ਤਰ੍ਹਾਂ ਇਹਨੇ ਮਨ ਦੇ ਵਿੱਚ ਵਿਚਾਰਾਂ ਕੀਤੀਆਂ ਇਸ ਗੁਰੂ ਦੇ ਸਿੱਖ ਨੇ। ਥੰਬੋ ਪ੍ਰਵਾਹ ਜੋ ਬੇਗ ਬਿਲੰਦੇ। ਤਾਂ ਇਸ ਤਰ੍ਹਾਂ ਵਿਚਾਰ ਕਰਕੇ ਹੱਥ ਜੋੜ ਕੇ ਸਤਲੁਜ ਦੇ ਵਹਿਣ ਅੱਗੇ, ਸਤਲੁਜ ਦੇ ਜਲ ਅੱਗੇ ਹੱਥ ਜੋੜ ਕੇ ਕਹਿੰਦਾ ਵੀ ਜਿਹੜਾ ਐਡਾ ਤੇਜ਼ ਜਲ ਆ ਰਿਹਾ ਤੇਰਾ, ਇੰਨੀਆਂ ਜ਼ਿਆਦਾ ਲਹਿਰਾਂ ਆ ਰਹੀਆਂ, ਇਹਨਾਂ ਨੂੰ ਇੱਥੇ ਹੀ ਰੋਕ ਲੈ। ਲਿਆਵਨ ਹਾਰ ਜਬੈਮ ਕਹਿਓ। ਤਾਂ ਹੁਣ ਉਹਨੂੰ ਮਹਾਰਾਜ ਨੇ ਭੇਜਿਆ ਸੀ ਵੀ ਜਲ ਲੈ ਕੇ ਆ। ਆਪਣਾ ਤੀਰ ਬਖਸ਼ਿਆ ਸਤਿਗੁਰਾਂ ਨੇ ਵੀ ਤੀਰ ਦੀ ਲਕੀਰ ਖਿੱਚੇਗਾ, ਉਥੋਂ ਜਲ ਵਗੇਗਾ ਤੇ ਉਹ ਜਿਹੜਾ ਝਰਨਾ ਜਲ ਦਾ ਹੈ, ਉਹ ਜਲ ਦਾ ਜਿਹੜਾ ਨਾਲਾ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚੋਂ ਦੀ ਹੋ ਕੇ ਗੁਜ਼ਰੇਗਾ। ਪਰ ਜਦੋਂ ਲਿਆਉਣ ਵਾਲੇ ਨੇ ਮਨਾ ਕਰ ਦਿੱਤਾ, ਜਿਹਦਾ ਬਚਨ ਮੰਨ ਕੇ ਜਲ ਤੁਰਿਆ ਸੀ ਉਹਨੇ ਹੀ ਜਦੋਂ ਕਹਿੰਦੇ ਮਨਾ ਕਰ ਦਿੱਤਾ, ਪੁਰ ਤੇ ਪਰੇ ਪ੍ਰਵਾਹ ਹਟ ਰਹਿਓ। ਤਾਂ ਉਹ ਜਿਹੜਾ ਜਲ ਦਾ ਪ੍ਰਵਾਹ ਸੀ ਨਗਰ ਤੋਂ ਪਰੇ ਹਟ ਗਿਆ, ਨਗਰ ਤੋਂ ਪਿੱਛੇ ਨੂੰ ਮੁੜ ਗਿਆ। ਜਬ ਇਸ ਕੋ ਕੁਛ ਦਿਖਿਓ ਨਾਹੀ। ਤਾਂ ਜਦੋਂ ਇਹਨੂੰ ਫਿਰ ਦਿਸਿਆ ਨਹੀਂ ਜਲ, ਕਿਉਂਕਿ ਜਲ ਤਾਂ ਹਟ ਗਿਆ। ਪਹਿਲਾਂ ਦਿਸਦਾ ਸੀ ਵੀ ਜਲ ਸਿਰ ਤੇ ਚੜਿਆ ਆਉਂਦਾ, ਹੜ ਆ ਜਾਏਗਾ, ਤਰੰਗਾਂ ਉੱਠਦੀਆਂ, ਪਰ ਜਦੋਂ ਮੁੜ ਗਿਆ ਉਦੋਂ ਇਹਨੂੰ ਕੁਝ ਨਜ਼ਰ ਹੀ ਨਹੀਂ ਆਇਆ। ਤਹ ਤੇ ਚਲ ਆਇਓ ਪੁਰ ਮਾਹੀ। ਤਾਂ ਉਥੋਂ ਫਿਰ ਖਾਲੀ ਹੱਥ ਵਾਪਸ ਗੁਰੂ ਮਹਾਰਾਜ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਵਿੱਚ ਆ ਗਿਆ ਹੈ। ਸ੍ਰੀ ਕਲਗੀਧਰ ਕੋ ਕਰ ਨਮੋ। ਤਾਂ ਆ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਨਮਸਕਾਰ ਕੀਤੀ ਹੈ। ਹਾਥ ਜੋਰ ਬੋਲਿਓ ਤਿਹ ਸਮੋ। ਤਾਂ ਹੱਥ ਜੋੜ ਕੇ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਚਨ ਕੀਤਾ, ਬੋਲਿਆ ਹੈ, ਸ੍ਰੀ ਪ੍ਰਭ ਬਖਸ਼ੋ ਖਤਾ ਹਮਾਰੀ। ਕਹਿਣ ਲੱਗਾ ਮਹਾਰਾਜ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ, ਮੇਰੇ ਤੋਂ ਬੜੀ ਵੱਡੀ ਗੁਸਤਾਖੀ ਹੋ ਗਈ ਆ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਰੋਕਿਓ ਆਵਤ ਦੀਰਘ ਬਾਰੀ। ਆਪ ਜੀ ਦਾ ਬਚਨ ਮੰਨ ਕੇ ਸਤਲੁਜ ਦਾ ਜਲ ਆ ਰਿਹਾ ਸੀ, ਬੜੀ ਵੱਡੀ ਨਦੀ ਬਣੀ ਆ ਰਹੀ ਸੀ, ਪਰ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੈਂ ਉਸ ਆਉਂਦੇ ਹੋਏ ਜਲ ਨੂੰ ਰੋਕ ਬੈਠਾ ਹਾਂ। ਜਬ ਮੈਂ ਤੀਰ ਲਕੀਰ ਨਿਕਾਰੀ। ਜਦੋਂ ਮਹਾਰਾਜ ਜੀ ਮੈਂ ਜਾ ਕੇ ਤੁਹਾਡਾ ਬਚਨ ਮੰਨ ਕੇ ਤੁਹਾਡੇ ਬਖਸ਼ੇ ਹੋਏ ਤੀਰ ਦੇ ਨਾਲ ਲਕੀਰ ਖਿੱਚੀ, ਆਇਓ ਵੱਡੋ ਪ੍ਰਵਾਹ ਪਿਛਾਰੀ। ਤਾਂ ਮੇਰੇ ਪਿੱਛੇ ਪਿੱਛੇ ਜਲ ਦੀਆਂ ਲਹਿਰਾਂ ਆਉਣ ਲੱਗ ਪਈਆਂ, ਮੇਰੇ ਪਿੱਛੇ ਪਿੱਛੇ ਉਸ ਲਕੀਰ ਦੇ ਉੱਤੇ ਜਲ ਦਾ ਪ੍ਰਵਾਹ ਵਗਣ ਲੱਗਾ।
ਜਲ ਕੋ ਭੈ ਕਰ ਬਿਨੈ ਬਖਾਨੀ। ਤਾਂ ਮੈਂ ਡਰ ਗਿਆ ਵੀ ਜਲ ਬੜਾ ਜ਼ਿਆਦਾ ਸਾਂਭਿਆ ਨਹੀਂ ਜਾਣਾ, ਤਾਂ ਮੈਂ ਡਰਦੇ ਹੋਏ ਨੇ ਬੇਨਤੀ ਕੀਤੀ ਉਸ ਵੇਲੇ। ਹਟਿਓ ਪ੍ਰਵਾਹ ਦਿਖੰਤ ਨਿਸ਼ਾਨੀ। ਤਾਂ ਉਸ ਵੇਲੇ ਕਹਿੰਦੇ ਵੀ ਉਹ ਨਿਸ਼ਾਨੀ ਹੋਈ ਰਹਿ ਗਈ ਬਸ ਉਹਦੀ, ਜਿੱਥੋਂ ਜਿੱਥੋਂ ਜਲ ਆਇਆ। ਪਰ ਜਲ ਨਹੀਂ ਉੱਥੇ ਰਿਹਾ, ਜਲ ਉਸ ਤੋਂ ਬਾਅਦ ਵਾਪਸ ਮੁੜ ਗਿਆ ਹੈ। ਭਇਓ ਲੋਪ ਪੁਨ ਦੇਖਿਓ ਨਾਹੀ। ਮਹਾਰਾਜ ਜਲ ਅਲੋਪ ਹੋ ਗਿਆ, ਜਲ ਗਾਇਬ ਹੋ ਗਿਆ, ਫਿਰ ਦਿਸਿਆ ਨਹੀਂ ਮੈਨੂੰ। ਭਈ ਖਤਾ ਜਲ ਲਿਆਵਨ ਮਾਹੀ। ਮਹਾਰਾਜ ਇਹ ਜਲ ਲਿਆਉਣ ਦੇ ਕਾਰਜ ਦੇ ਵਿੱਚ ਮੇਰੇ ਤੋਂ ਗਲਤੀ ਹੋ ਗਈ ਹੈ, ਮੇਰੇ ਤੋਂ ਬਹੁਤ ਭਾਰੀ ਇਹ ਮਹਾਰਾਜ ਗੁਨਾਹ ਆਇਆ ਹੈ। ਸੁਨ ਸ੍ਰੀ ਮੁਖ ਤੇ ਬੋਲੇ ਤਹੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਆਪਣੇ ਮੁਬਾਰਕ ਮੁਖ ਤੋਂ ਬਚਨ ਕਹਿਣ ਲੱਗੇ ਹਨ। ਸਮਾ ਪਾਏ ਇਹ ਇਤ ਸਹੀ। ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਅੱਜ ਵਾਪਸ ਚਲਾ ਗਿਆ ਜਲ, ਸਮਾਂ ਪਾ ਕੇ ਇੱਥੇ ਫਿਰ ਪਰਤ ਆਏਗਾ ਸਤਲੁਜ ਦਾ ਜਲ। ਹੋਏ ਹਿਮਾਇਤੀ ਨਾਲਾ ਨਾਮੂ। ਤਾਂ ਉਹਦਾ ਨਾਂ ਹੋਏਗਾ ਹਿਮਾਇਤੀ ਨਾਲਾ। ਜਿਹੜਾ ਜਲ ਦਾ ਨਾਲਾ ਇਧਰੋਂ ਵਗੇਗਾ, ਹਿਮਾਇਤੀ ਨਾਲੇ ਨਾਮ ਦਾ ਇੱਥੋਂ ਜਲ ਵਹੇਗਾ। ਬਹਿ ਪ੍ਰਵਾਹ ਬਿਮਲ ਬਿਰਾਮੋ। ਬੜਾ ਸੋਹਣਾ ਬੜਾ ਸਾਫ਼ ਜਲ ਦਾ ਪ੍ਰਵਾਹ ਇੱਕ ਵਗਿਆ ਕਰੇਗਾ। ਘਾਟ ਸੁਪਾਨ ਬਨੈ ਇਸ ਕੇਰੇ। ਤਾਂ ਐਸੇ ਸੁੰਦਰ ਜਲ ਦਾ ਇਹ ਘਾਟ ਬਣੇਗਾ ਸ਼੍ਰੀ ਅਨੰਦਪੁਰ ਸਾਹਿਬ, ਐਸਾ ਕਿਨਾਰਾ ਬਣੇਗਾ ਦਰਿਆ ਦਾ। ਜੇ ਮੱਝੈ ਫਲ ਪੁੰਨ ਵਡੇਰੇ। ਜਿਹੜਾ ਇਸ਼ਨਾਨ ਕਰੇਗਾ ਉਹਨੂੰ ਬੜਾ ਪੁੰਨ ਲੱਗੇਗਾ, ਬੜਾ ਭਾਰੀ ਫਲ ਪ੍ਰਾਪਤ ਹੋਏਗਾ। ਕਲਮਲ ਨਾਸ਼ ਕਰਹਿ ਚਿਰ ਕਾਲਾ। ਤਾਂ ਜਿਹੜਾ ਇਸ਼ਨਾਨ ਕਰ ਲਏਗਾ ਉਹਦੇ ਚਿਰ ਕਾਲ ਦੇ ਭਾਵ ਸਾਲਾਂ ਦੇ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹਨਾਂ ਦਾ ਨਾਸ ਹੋ ਜਾਏਗਾ। ਇਮ ਕਹਿ ਤੂਸ਼ਨ ਭਏ ਕਿਰਪਾਲਾ। ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਚੁੱਪ ਹੋ ਗਏ ਨੇ। ਮਹਾਰਾਜ ਨੇ ਅੱਗੇ ਬਚਨ ਨਹੀਂ ਕੀਤਾ। ਇਸੀ ਰੀਤ ਘੇਰਾ ਪਰ ਰਹਿਓ। ਤਾਂ ਇਹ ਜਲ ਜਿਹੜਾ ਲਿਆਉਣਾ ਸੀ ਨਹੀਂ ਆਇਆ, ਵਾਪਸ ਪਰਤ ਗਿਆ। ਪਰ ਜਿਹੜਾ ਮੁਗਲਾਂ ਤੇ ਪਹਾੜੀਆਂ ਨੇ ਕਿਲੇ ਨੂੰ ਘੇਰਾ ਪਾਇਆ ਹੋਇਆ, ਅਨੰਦਪੁਰ ਸਾਹਿਬ ਨੂੰ ਘੇਰ ਕੇ ਬੈਠੇ ਨੇ, ਉਹ ਘੇਰਾ ਲਗਾਤਾਰ ਉਸੇ ਤਰ੍ਹਾਂ ਜਾਰੀ ਰਿਹਾ ਹੈ। ਅੰਨ ਨਿਖੂਟਤ ਸਭ ਦੁੱਖ ਲਹਿਓ। ਤਾਂ ਅੰਨ ਜਿਹੜਾ ਹੈ ਖਤਮ ਹੋ ਗਿਆ, ਕਿਉਂਕਿ ਬਾਹਰੋਂ ਰਸਤਾ ਆਉਣ ਨਹੀਂ ਦਿੰਦੇ। ਤੇ ਸੰਗਤ ਇੰਨੀ ਹੈ, ਸਿੰਘ ਇੰਨੇ ਨੇ ਵੀ ਅਨਾਜ ਦੀ ਕਮੀ ਪੈ ਗਈ, ਅਨਾਜ ਮੁੱਕ ਗਿਆ। ਸਾਰੇ ਜਿੰਨੇ ਵੀ ਸਿੰਘ ਰਹਿੰਦੇ ਨੇ, ਬੀਬੀਆਂ ਰਹਿੰਦੀਆਂ, ਸਾਰੇ ਦੁਖੀ ਹਨ। ਕਠਨ ਖੇਲ ਸਤਿਗੁਰੂ ਅਰੰਭਾ। ਇਹ ਜਿਹੜੀ ਖੇਡ ਹੈ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਦੀ, ਇਹ ਬੜੀ ਕਠਨ ਹੈ। ਇਹ ਬਹੁਤ ਜ਼ਿਆਦਾ ਕਠਨ ਖੇਡ ਹੈ, ਹਰ ਕੋਈ ਨਹੀਂ ਖੇਡ ਸਕਦਾ। ਪ੍ਰੇਮ ਦੀ ਖੇਡ ਜਿਹੜੀ ਹੈ ਨਾ, ਗੁਰਬਾਣੀ ਕਹਿੰਦੀ ਬੜੀ ਕਠਨ ਹੈ। ਜਿਨੇ ਪ੍ਰੇਮ ਦੀ ਖੇਡ ਖੇਡਣੀ ਹੈ ਉਹਦੇ ਲਈ ਮਹਾਰਾਜ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆ। ਇਤ ਮਾਰਗ ਪੈਰ ਧਰੀਜਾ, ਸਿਰ ਦੀਜਾ ਕਾਣ ਨਾ ਕੀਜਾ। ਵਿੱਚ ਇਹ ਪ੍ਰੇਮ ਦੀ ਖੇਡ ਖੇਡਣ ਲਈ ਕਹਿੰਦੇ ਤਲੀ ਤੇ ਸਿਰ ਰੱਖਣਾ ਪੈਂਦਾ। ਤੇ ਜੇ ਗੁਰੂ ਦੇ ਰਸਤੇ ਤੇ ਤੁਰਿਆ ਹੈ ਨਾ, ਫਿਰ ਕਹਿੰਦੇ ਸਿਰ ਦੇਣ ਤੋਂ ਵੀ ਕਾਣ ਨਾ ਕਰੀ। ਤਾਂ ਐਡਾ ਬੇਖਮ ਮਾਰਗ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹੜੀ ਖੇਡ ਹੈ ਇਹ ਬੜੀ ਕਠਨ ਹੈ। ਸੁਨ ਪੇਖ ਸਭ ਕੇ ਹੇਤ ਅਚੰਭਾ। ਤਾਂ ਜਿੰਨੇ ਵੀ ਸੁਣਦੇ ਨੇ ਵੇਖਦੇ ਨੇ ਨਾ ਮਹਾਰਾਜ ਦੇ ਕੌਤਕ ਨੂੰ, ਵੀ ਕਿਤੇ ਕਲਗੀਧਰ ਪਾਤਸ਼ਾਹ ਮਹਾਰਾਜ ਢਾਲਾਂ ਭਰ ਭਰ ਸੋਨਾ ਵੰਡਦੇ ਨੇ, ਕਿਤੇ ਮਹਾਰਾਜ ਦੇ ਦਰ ਤੇ ਪ੍ਰਸ਼ਾਦੀ ਹਾਥੀ ਨੇ, ਮਹਿੰਗੇ ਘੋੜੇ ਨੇ। ਜਿਹੜੇ ਦਰ ਤੋਂ ਕਦੇ ਕੋਈ ਭੁੱਖਾ ਨਹੀਂ ਮੁੜਿਆ, ਅੱਜ ਉਸ ਦਰ ਦੇ ਵਿੱਚ ਲੰਗਰ ਨਹੀਂ ਪੱਕ ਰਿਹਾ। ਤਾਂ ਕਿੱਡਾ ਭਾਰੀ ਕੌਤਕ ਹੈ ਸਤਿਗੁਰਾਂ ਦਾ, ਕੈਸੀ ਉਹਨਾਂ ਦੀ ਲੀਲਾ ਹੈ। ਸਾਰੇ ਸੁਣ ਸੁਣ ਕੇ ਹੈਰਾਨ ਹੁੰਦੇ ਹਨ। ਸਿੱਖਨ ਕੋ ਸੋਇਨੇ ਸਮਤਾਵਨ। ਤਾਂ ਮਹਾਰਾਜ ਨੇ ਇਹ ਕਿਉਂ ਖੇਡ ਰਚੀ ਹੈ? ਆਪਾਂ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਸਮਰੱਥ ਨਹੀਂ ਸੀ। ਗੁਰੂ ਦੇ ਵਿੱਚ ਸਮਰੱਥਾ ਬੜੀ ਆ। ਇਹ ਜਿਹੜੀ ਉਹਦੀ ਖੇਡ ਹੈ ਨਾ, ਉਹਨੇ ਸਿੱਖਾਂ ਦੀ ਪਰਖ ਕਰਨੀ ਆ, ਸਿੱਖਾਂ ਨੂੰ ਮਜ਼ਬੂਤ ਕਰਨਾ ਹੈ। ਜਿੱਦਾਂ ਸੋਨਾ ਪਵਿੱਤਰ ਹੋ ਜਾਂਦਾ ਨਾ ਅੱਗ ਵਿੱਚ ਸੜ ਕੇ, ਇਹਦਾ ਗੁਰੂ ਸਾਹਿਬ ਜੀ ਨੇ ਸੋਨੇ ਦੀ ਤਰ੍ਹਾਂ ਪਵਿੱਤਰ ਕਰਨਾ ਹੈ, ਸਾਫ਼ ਕਰਨਾ ਹੈ, ਸ਼ੁੱਧ ਕਰਨਾ ਹੈ।
ਤਾਂ ਮਹਾਰਾਜ ਆਪਣੇ ਸਿੱਖਾਂ ਨੂੰ ਕਸ਼ਟ ਦੇ ਕੇ ਸੋਨੇ ਵਾਂਗੂ ਤਾਪ ਦੇ ਰਹੇ ਨੇ, ਉਹਨਾਂ ਨੂੰ ਤਾ ਰਹੇ ਹਨ। ਦੇਨ ਕਸੌਟੀ ਸੁਧ ਬਨਾਵਨ। ਇਹ ਜਿਹੜੀ ਪਰਖ ਹੈ ਨਾ, ਇਹ ਉਹਨਾਂ ਨੂੰ ਸ਼ੁੱਧ ਕਰਨ ਦੀ ਹੈ। ਜਿਵੇਂ ਸੋਨੇ ਨੂੰ ਗਾਲਿਆ ਜਾਂਦਾ ਸੇਕ ਤੇ, ਕਿੰਨੀ ਅੱਗ ਸਹਿਣੀ ਪੈਂਦੀ ਆ, ਫੇਰ ਜਾ ਕੇ ਕਿਸੇ ਦੇ ਗਲ ਦਾ ਹਾਰ ਬਣਦਾ। ਤੇ ਗੁਰੂ ਦੇ ਸਿੱਖ ਐਵੇਂ ਨਹੀਂ ਬਣ ਗਏ ਸੀ, ਬੜਾ ਕੁਝ ਸਹਿਣਾ ਪਿਆ ਉਹਨਾਂ ਨੂੰ। ਤਾਂ ਇਹ ਉਹਨਾਂ ਦੀ ਜਿਹੜੀ ਪਰਖ ਹੈ, ਇਹ ਕਸੌਟੀ ਜਿਹੜੀ ਹੈ, ਇਹ ਮਾਨੋ ਸੋਨੇ ਦੀ ਤਰ੍ਹਾਂ ਹੈ। ਇਹਦੇ ਵਿੱਚੋਂ ਪਾਰ ਹੋ ਕੇ ਫਿਰ ਗਹਿਣਾ ਬਣਿਆ ਜਾਂਦਾ। ਇਸੇ ਤਰ੍ਹਾਂ ਗੁਰੂ ਦੀ ਪਰਖ ਤੇ ਪੂਰੇ ਉਤਰ ਕੇ ਸਿੱਖ ਬਣਿਆ ਜਾਂਦਾ ਹੈ। ਜੋ 12 ਬੰਨੀ ਲਗ ਭਇਓ। ਜਿਵੇਂ ਕਹਿੰਦੇ ਵੀ 12 ਬੰਨੀ ਸੋਨਾ ਸੁੱਧ ਮੰਨਿਆ ਜਾਂਦਾ ਹੈ, ਵਾਰ-ਵਾਰ ਅੱਗ ਸਹਿ ਕੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਸਿੱਖ ਨੇ ਗੁਰੂ ਦੀ ਕਸੌਟੀ ਸਹਿ ਜਾਂਦੇ ਨੇ, ਉਹ ਸੁੱਧ ਮੰਨੇ ਜਾਂਦੇ ਨੇ। ਅਸਲ ਦੇ ਵਿੱਚ ਖਾਲਸੋੜ ਹੈ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਜਿਹਦੇ ਵਿੱਚ ਕੋਈ ਰਲਾ ਨਹੀਂ। ਉਹ ਖਾਲਸੇ ਹਨ ਜਿਹੜੇ ਗੁਰੂ ਦੀ ਪਰਖ ਤੇ ਪੂਰੇ ਹਨ। ਪਦ ਅਗਟਨ ਸੋ ਪੁਨ ਮਿਲ ਗਇਓ। ਤਾਂ ਇਹੋ ਜਿਹੇ ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਦੀ ਪਰਖ ਤੇ ਪੂਰੇ ਉਤਰੇ, ਉਹਨਾਂ ਨੂੰ ਐਡੀ ਵੱਡੀ ਗੁਰੂ ਘਰ ਵਿੱਚ ਪਦਵੀ ਮਿਲੀ ਜਿਹੜੀ ਕਦੀ ਘਟਦੀ ਨਹੀਂ। ਜਿਵੇਂ ਇੱਕ ਵਾਰੀ ਸੋਨਾ ਸੁੱਧ ਹੋ ਜੇ, ਮੁੜ ਕੇ ਉਹਦੇ ਵਿੱਚ ਕਮੀ ਨਹੀਂ ਆਉਂਦੀ। ਇਸੇ ਤਰ੍ਹਾਂ ਜਿਹੜੇ ਗੁਰੂ ਦੀ ਪਰਖ ਸਹਿ ਜਾਂਦੇ ਨੇ, ਉਹ ਸਦਾ ਵਾਲੀ ਅਡੋਲ ਹੋ ਜਾਂਦੇ, ਉਹਨਾਂ ਨੂੰ ਕੋਈ ਕਮੀ ਨਹੀਂ ਆਉਂਦੀ। ਫਿਰ ਸਿੱਖੀ ਤਿੱਖੀ ਜਿਉ ਖਗ ਧਾਰਾ। ਸਿੱਖੀ ਕਹਿੰਦੇ ਇਸ ਤਰ੍ਹਾਂ ਤਿੱਖੀ ਹੈ, ਸਿੱਖੀ ਦਾ ਮਾਰਗ ਇੰਨਾ ਤਿੱਖਾ ਹੈ, ਜਿਵੇਂ ਕਹਿੰਦੇ ਖੰਡੇ ਦੀ ਧਾਰ ਹੁੰਦੀ ਹੈ। ਖੰਡੇ ਦੀ ਧਾਰ ਤੇ ਤੁਰਿਆ ਨਹੀਂ ਜਾ ਸਕਦਾ। ਐਵੇਂ ਸਿੱਖ ਕਹਾ ਲੈਣਾ ਬੜਾ ਸੌਖਾ ਹੈ, ਪਰ ਸਿੱਖ ਬਣਨਾ ਬੜਾ ਔਖਾ। ਸਿੱਖੀ ਦਾ ਰਸਤਾ ਹੈ ਬੜਾ ਕਠਿਨ। ਕਹਿਣ ਨੂੰ ਆਪਾਂ ਸਾਰੇ ਹੀ ਕਹਿ ਦਿੰਦੇ ਆ ਮੈਂ ਵੀ ਸਿੱਖ ਹਾਂ, ਪਰ ਮਹਾਰਾਜ ਪ੍ਰੀਖਿਆ ਤੋਂ ਬਚਾਵੇ। ਜਦੋਂ ਗੁਰੂ ਦੀ ਪਰਖ ਪੈਂਦੀ, ਉਦੋਂ ਬੜੇ ਬੜੇ ਡੋਲ ਜਾਂਦੇ ਨੇ। ਉਦੋਂ ਵੱਡੇ ਵੱਡੇ ਸੂਰਮੇ ਘਾਉਣ ਵਾਲੇ ਮੈਦਾਨ ਛੱਡ ਕੇ ਭੱਜ ਜਾਂਦੇ ਨੇ। ਤਾਂ ਇਹ ਐਸਾ ਕਹਿੰਦੇ ਖੰਡੇ ਧਾਰ ਮਾਰਗ ਹੈ ਸਿੱਖੀ ਦਾ। ਤਿਸ ਪਰ ਚਲਿਬੋ ਕਠਨ ਦੁਖਾਰਾ। ਇਹਦੇ ਤੇ ਚੱਲਣਾ ਬੜਾ ਕਠਨ ਹੈ, ਬੜਾ ਦੁਖਦਾਈ ਆ, ਬੜੇ ਕਸ਼ਟ ਸਹਿਣੇ ਪੈਂਦੇ ਨੇ। ਜਿਨ੍ਹਾਂ ਨੇ ਗੁਰੂ ਨੂੰ ਪਾਇਆ, ਉਹਨਾਂ ਦਾ ਜੀਵਨ ਤਾਂ ਵੇਖੋ। ਇੱਥੇ 70 ਸਾਲਾਂ ਦਾ ਬਾਪੂ ਕਹਿੰਦਾ ਵੀ ਹੁਣ ਪਾਠ ਕਰਨ ਦੀ ਲੋੜ ਨਹੀਂ, ਕਿਉਂਕਿ ਮਹਾਰਾਜ ਨੂੰ ਪਤਾ ਬੁੱਢਾ ਹੋ ਗਿਆ, ਹੁਣ ਇਹਦੇ ਤੋਂ ਪਾਠ ਨਹੀਂ। ਇੱਥੇ ਚੰਗੇ ਭਲੇ ਜਵਾਨ ਕਹਿੰਦੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਤੇ ਬਾਬਾ ਦੀਪ ਸਿੰਘ ਬਜ਼ੁਰਗ ਹੋ ਕੇ ਖੰਡਾ ਚੁੱਕ ਲੈਂਦਾ। ਐਵੇਂ ਗੱਲਾਂ ਨਾਲ ਥੋੜਾ ਪ੍ਰਵਾਨ ਹੋਇਆ ਜਾਂਦਾ ਗੁਰੂ ਦੇ ਦਰ ਤੇ। ਤਾਂ ਇਹਦੇ ਉੱਤੇ ਚੱਲਣਾ ਜਿਹੜਾ ਹੈ, ਉਹਦਾ ਕਹਿੰਦੇ ਬੜਾ ਕਠਿਨ ਹੈ, ਬੜਾ ਦੁਖਦਾਈ ਹੈ, ਬੰਦ ਕਟਾਉਣਾ ਪੈਂਦਾ। ਇਹਦੇ ਉੱਤੇ ਚੱਲਣ ਲਈ ਖੋਪੜ ਵੀ ਲਵਾਉਣਾ ਪੈਂਦਾ, ਚਰਖੜੀਆਂ ਤੇ ਚੜ੍ਹਨਾ ਪੈਂਦਾ, ਆਰਿਆਂ ਨਾਲ ਆਪਣਾ ਆਪ ਚਰਾਉਣਾ ਪੈਂਦਾ। ਤਾਂ ਐਸਾ ਕਹਿੰਦੇ ਇਹ ਮਾਰਗ ਹੈ। ਪ੍ਰੇਮ ਲੀਨ ਦੀਨਸ ਮਨ ਵੱਟੇ। ਆਪਣਾ ਮਨ ਦੇ ਕੇ ਗੁਰੂ ਨੂੰ, ਉਹਦੇ ਬਦਲੇ ਵਿੱਚ ਗੁਰੂ ਦਾ ਪ੍ਰੇਮ ਮਿਲਦਾ। ਪਹਿਲਾਂ ਮਨ ਗੁਰੂ ਨੂੰ ਅਰਪਣ ਕਰਨਾ ਪੈਂਦਾ। ਇਹ ਨਹੀਂ ਵੀ ਮਨ ਦੀਆਂ ਮਰਜ਼ੀਆਂ ਵੀ ਨਹੀਂ ਛੱਡਣੀਆਂ ਤੇ ਹੁੰਦੇ ਅਸੀਂ ਸਿੱਖ ਹਾਂ। ਪੁੱਛੋ ਵੀ ਕੇਸ ਕਟਾਤੇ, ਕਹਿੰਦੇ ਮਨ ਕਰਦਾ। ਮਾਈਆਂ ਭੈਣਾਂ ਨੂੰ ਪੁੱਛੋ ਵੀ ਕੇਸ ਰੰਗੀ ਫਿਰਦੀਆਂ, ਕਹਿੰਦੇ ਮਨ ਕਰਦਾ। ਇੱਕ ਬੀਬੀ ਆਈ, ਦਿੱਲੀ ਵਿਰੋਧ ਕਰਦੀ ਫਿਰੇ ਦਸਮ ਦੀ ਕਥਾ ਦਾ, ਤੇ ਸਿੰਘ ਕਹਿੰਦਾ ਮਾਈ ਤੇਰਾ ਕੀ ਲੈਣਾ ਦੇਣਾ, ਸਿਰ ਦੇ ਵਾਲ ਤਾਂ ਰੰਗੀ ਫਿਰਦੀ ਹੈ। ਕਹਿੰਦੀ ਮਹਾਰਾਜ ਨੇ ਕਿੱਥੇ ਆਖਿਆ ਵੀ ਸਿਰ ਦੇ ਵਾਲ ਨਹੀਂ ਰੰਗ ਸਕਦੇ। ਇਹੋ ਜਿਹਾ ਤਾਂ ਸਾਡਾ ਮਾਨਸਿਕ ਪੱਧਰ। ਜਿੰਨਾ ਚਿਰ ਆਪਣੇ ਮਨ ਦੀ ਮੌਜ ਕਰਨੀ ਆ, ਉਹਨਾਂ ਚਿਰ ਗੁਰੂ ਦਾ ਸਿੱਖ ਨਹੀਂ। ਮਨ ਤਾਂ ਪਹਿਲਾਂ ਗੁਰੂ ਲੈ ਲੈਂਦਾ। ਅਸ਼ਟਾਵਕਰ ਨੇ ਕੀ ਆਖਿਆ ਸੀ ਰਾਜੇ ਜਨਕ ਨੂੰ? ਉਹ ਕਹਿੰਦਾ ਘੋੜੇ ਤੇ ਚੜਨ ਜਿੰਨੇ ਸਮੇਂ 'ਚ ਮੈਨੂੰ ਗਿਆਨ ਕਰਾ ਦੇ, ਮੈਂ ਗੁਰੂ ਮੰਨ ਲੈਣਾ। ਕਹਿੰਦਾ ਪਹਿਲਾਂ ਗੁਰੂ ਮੰਨ, ਫਿਰ ਗਿਆਨ ਕਰਾਇਆ ਜਾਂਦਾ। ਕਹਿੰਦਾ ਮੈਂ ਤੈਨੂੰ ਗੁਰੂ ਮੰਨਿਆ। ਜਦੋਂ ਘੋੜੇ ਤੇ ਚੜਨ ਲੱਗਾ ਤੇ ਅਸ਼ਟਾਵਕਰ ਕਹਿੰਦਾ ਇਹ ਮਨ ਤਾਂ ਮੇਰਾ, ਤੇ ਮੇਰਾ ਮਨ ਕਹਿੰਦਾ ਘੋੜੇ ਤੇ ਨਹੀਂ ਚੜਨਾ। ਚੜਦੇ ਨੂੰ ਘੋੜੇ ਤੋਂ ਉਤਾਰ ਲਿਆ। ਕਹਿੰਦਾ ਮਨ ਤਾਂ ਤੂੰ ਮੈਨੂੰ ਪਹਿਲਾਂ ਹੀ ਦੇ ਦਿੱਤਾ। ਤਾਂ ਗੁਰੂ ਨੂੰ ਜਦੋਂ ਮਨ ਸੌਂਪ ਦਿੱਤਾ, ਤਾਂ ਫਿਰ ਆਪਣੇ ਮਨ ਦੀ ਮਰਜ਼ੀ ਨਹੀਂ ਰਹਿੰਦੀ, ਗੁਰੂ ਦਾ ਹੁਕਮ ਜ਼ਰੂਰੀ ਹੁੰਦਾ ਹੈ। ਰਹਿ ਸਾਬਤੀ ਸਿਰ ਕੇ ਸੱਟੇ। ਤਾਂ ਇਹ ਤਾਂ ਸਿੱਖੀ ਜਿਹੜੀ ਆ,
ਸਿਰ ਦੇ ਕੇ ਸਿਰ ਦੇ ਬਦਲੇ ਸਾਬਤ ਰਹਿੰਦੀ ਹੈ। ਆ ਮੱਥਾ ਟੇਕਦੇ ਆ, ਇਹਦਾ ਮਤਲਬ ਹੀ ਇਹ ਆ। ਵੱਖਰੇ ਵੱਖਰੇ ਭਾਵ ਕੀਤੇ ਮਹਾਂਪੁਰਖਾਂ ਨੇ। ਕੁਝ ਮਹਾਂਪੁਰਖ ਕਹਿੰਦੇ ਸਿਰ ਝੁਕਾਉਣ ਦਾ ਮਤਲਬ ਹੈ ਵੀ ਸਾਡੀ ਮਾੜੀ ਮੱਤ ਲੈਦਾ ਤੇ ਸਾਨੂੰ ਗੁਰਮਤ ਦੇ ਦੇ, ਭੈੜੀ ਮੱਤ ਦੂਰ ਹੋ ਜੇ, ਸਾਨੂੰ ਤੇਰੀ ਮੱਤ ਆ ਜੇ। ਇਹ ਸਿਰ ਝੁਕਾਉਣ ਦਾ ਮਤਲਬ ਹੈ। ਪਰ ਸਿਰ ਝੁਕਾਉਣ ਦਾ ਮਤਲਬ ਇਹ ਆ ਵੀ ਗੁਰੂ ਸਾਹਿਬ ਇਹ ਸਿਰ ਤੇਰਾ, ਇਹ ਤੈਨੂੰ ਸੌਂਪਿਆ ਹੋਇਆ, ਤਾਂ ਸਿਰ ਦੇ ਵੱਟੇ ਇਹ ਸਾਬਤ ਰਹਿੰਦੀ ਹੈ ਸਿੱਖੀ। ਜਿਨ ਪਰ ਕਿਰਪਾ ਪਰਮੇਸ਼ਰ ਕੀਨ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ। ਸਤਿਗੁਰ ਚਰਨ ਸੌਂਪ ਮਨ ਦੀਨ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮਨ ਸੌਂਪਿਆ, ਨਹੀਂ ਤੇ ਮਨ ਨਹੀਂ ਸੌਂਪਿਆ ਜਾਂਦਾ। ਮੇਰਾ ਮਨ ਤਾਂ ਅਜੇ ਵੀ ਕਰਦਾ ਹੈ ਵੀ ਮੈਂ ਪੈਸਾ ਠੱਗ ਲਾਂ, ਕਿਸੇ ਦਾ ਚੋਰੀ ਕਰ ਲਾਂ। ਜਿਹੜੇ ਕੰਮਾਂ ਤੋਂ ਗੁਰੂ ਵਰਜਦਾ ਉਹ ਅਜੇ ਵੀ ਕਰਦਾ, ਤੇ ਫੇਰ ਕਿੱਦਾਂ ਮੈਂ ਕਹਿ ਸਕਦਾ ਵੀ ਮਨ ਗੁਰੂ ਨੂੰ ਦੇ ਦਿੱਤਾ। ਜਿੱਦਣ ਮਨ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਲੱਗ ਪਿਆ, ਉਦਣ ਸਮਝਿਓ ਵੀ ਮਨ ਗੁਰੂ ਦਾ ਹੋ ਗਿਆ। ਉਨੀ ਦੇਰ ਤੱਕ ਵਿਖਾਵਾ। ਤਾਂ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਆ ਉਹ ਮਨ ਸੌਂਪਦੇ ਨੇ, ਉਹ ਮਨ ਗੁਰੂ ਨੂੰ ਭੇਟ ਕਰ ਦਿੰਦੇ ਹਨ। ਸੁਆਮੀ ਅਗਰ ਸੀਸ ਕੋ ਅਰਪੇ, ਜਿਹੜੇ ਗੁਰਸਿੱਖ ਪਿਆਰੇ, ਜਿਹੜੇ ਸੇਵਕ, ਜਿਹੜੇ ਦਾਸ ਆਪਣੇ ਸੀਸ ਨੂੰ ਆਪਣੇ ਮਾਲਕ ਦੇ ਅੱਗੇ, ਆਪਣੇ ਖਸਮ ਦੇ ਅੱਗੇ ਅਰਪਣ ਕਰ ਦਿੰਦੇ ਹਨ। ਕਾਟਨ ਕਰੈ ਤਾਂ ਕਿਉਂ ਔਰ ਡਰ ਪੇ, ਫਿਰ ਕਹਿੰਦੇ ਦਿਲ ਕਿਉਂ ਡਰਦਾ ਜਦੋਂ ਭੇਟ ਹੀ ਕਰ ਦਿੱਤਾ। ਫਿਰ ਜਦੋਂ ਗੁਰੂ ਕੱਟਣ ਲੱਗਦਾ ਸੀਸ, ਉਦੋਂ ਡਰਦੇ ਕਿਉਂ ਆ? ਜਦੋਂ ਦੇ ਹੀ ਦਿੱਤਾ, ਫਿਰ ਉਦੋਂ ਵੱਡੇ ਇਕੱਠ ਦੇ ਵਿੱਚੋਂ ਕਿਉਂ ਨਹੀਂ ਉੱਠਦੇ? ਜਿਹੜੇ ਸਾਡੇ ਵਰਗੇ ਕੱਚੇ ਸੀ ਭੱਜ ਕੇ ਮਾਤਾ ਜੀ ਦੇ ਕੋਲ ਚਲੇ ਗਏ ਵੀ ਮਹਾਰਾਜ ਤਾਂ ਸਿਰ ਵੱਢੀ ਜਾਂਦੇ ਸਿੱਖਾਂ ਦੇ, ਤੇ ਪਹਿਲਾਂ ਕਹਿ ਦਿੱਤਾ ਵੀ ਗੁਰੂ ਸਾਹਿਬ ਸਾਡਾ ਸੀਸ ਤੇਰਾ। ਤਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜੇ ਮਨ ਗੁਰੂ ਨੂੰ ਦੇ ਦਿੱਤਾ, ਸਿਰ ਗੁਰੂ ਨੂੰ ਸੌਂਪ ਦਿੱਤਾ, ਜੇ ਗੁਰੂ ਆਖੇ ਸਿਰ ਕਟਵਾਲਾ ਤੇ ਫਿਰ ਡਰਦਾ ਕਿਉਂ ਆ? ਫਿਰ ਗੁਰੂ ਦਾ ਹੁਕਮ ਮੰਨ ਕੇ ਸਿਰ ਕਟਵਾਉਂਦਾ ਕਿਉਂ ਨਹੀਂ? ਤਜਿਓ ਆਪਨ ਪਾਉ ਅਰਪਿਓ ਜਬੈ, ਤੂੰ ਤਾਂ ਆਪਾ ਭਾਵ ਹੀ ਤਿਆਗ ਦਿੱਤਾ। ਇਹ ਤੇਰਾ ਤਾਂ ਰਿਹਾ ਹੀ ਨਹੀਂ ਜਦੋਂ ਅਰਪ ਦਿੱਤਾ ਗੁਰੂ ਨੂੰ। ਜਿਹੜੀ ਵਸਤੂ ਕਿਸੇ ਨੂੰ ਭੇਟ ਕਰ ਦਈਏ ਉਹ ਫਿਰ ਆਪਣਾ ਹੱਕ ਥੋੜਾ ਰਹਿੰਦਾ ਉਹਦੇ ਤੇ। ਅੱਜ ਕਿਸੇ ਨੂੰ ਕੋਈ ਚੀਜ਼ ਦੇ ਦਿਓ ਤੇ ਤੀਜੇ ਚੌਥੇ ਦਿਨ ਜਾ ਕੇ ਫੇਰ ਮੰਗੋ ਤੇ ਦੱਸੋ ਵੀ ਉਹ ਗੱਲ ਫੱਬਦੀ ਆ, ਚੰਗੀ ਲੱਗਦੀ ਭਲਾ? ਵੀ ਕਿਸੇ ਨੂੰ ਕਹਿ ਦਈਏ ਵੀ ਆਹ ਚੀਜ਼ ਤੈਨੂੰ ਦੇਤੀ, ਤੋਹਫੇ 'ਚ ਗਿਫਟ ਦੇ ਦਿੱਤਾ, ਤੇ ਮੁੜ ਕੇ ਜਾ ਕੇ ਆਖੀਏ ਵੀ ਫੇਰ ਵਾਪਸ ਕਰ ਦੇ, ਤਾਂ ਇਹ ਗੱਲ ਚੰਗੀ ਨਹੀਂ ਲੱਗਦੀ। ਇਸੇ ਤਰ੍ਹਾਂ ਗੁਰੂ ਨੂੰ ਸਿਰ ਦੇ ਕੇ ਜੇ ਇਹੋ ਹੀ ਆਖੀ ਗਏ ਵੀ ਮੇਰਾ, ਤਾਂ ਇਹ ਵੀ ਗੱਲ ਬਣਦੀ ਨਹੀਂ। ਤਾਂ ਇਹ ਗੁਰੂ ਦਾ ਹੋ ਚੁੱਕਾ ਜਦੋਂ ਅਰਪਣ ਕਰ ਦਿੱਤਾ। ਹੰਤਾ ਕਰਹਿ ਕੂਰ ਹੋਏ ਤਬੈ, ਤਾਂ ਜਦੋਂ ਫਿਰ ਵੀ ਮੇਰ ਰਹਿ ਗਈ, ਹਉਮੈ ਕਰਦਾ ਬੰਦਾ ਵੀ ਇਹ ਸਿਰ ਮੇਰਾ ਹੈ, ਤਾਂ ਕਹਿੰਦੇ ਉਹ ਗੁਰੂ ਦੇ ਅੱਗੇ ਝੂਠਾ ਹੋ ਜਾਂਦਾ ਹੈ। ਤਿਮ ਸਮ ਇਸੇ ਤਰ੍ਹਾਂ ਉਹਨਾਂ ਨੇ ਆਪਣੇ ਪ੍ਰਾਣ, ਆਪਣੇ ਸਰੀਰ, ਤਨ ਧਨ ਸਭ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ। ਉਹ ਆਪਣਾ ਸਭ ਕੁਝ ਗੁਰੂ ਨੂੰ ਸਮਰਪਿਤ ਕਰ ਚੁੱਕੇ ਸਨ। ਗੁਰ ਹਿਤ ਹੀ ਚਾਹਤ ਚਿਤ ਹਾਨਾ, ਉਹ ਤਾਂ ਚਾਹੁੰਦੇ ਨੇ ਵੀ ਗੁਰੂ ਮਹਾਰਾਜ ਦੇ ਵਾਸਤੇ ਸ਼ਹੀਦ ਹੋ ਜਾਈਏ। ਕਿੱਡਾ ਵੱਡਾ ਜਿਗਰਾ ਉਹਨਾਂ ਸਿੱਖਾਂ ਦਾ। ਗੁਰਬਾਣੀ ਕਹਿੰਦੀ ਹੈ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਭੀ ਤੁਝੇ ਧਿਆਈ। ਸੁੱਖ ਦੇ ਵਿੱਚ ਦੁੱਖ ਦੇ ਵਿੱਚ ਦੋਹਾਂ ਸਮਿਆਂ ਦੇ ਵਿੱਚ ਗੁਰੂ ਨੂੰ ਯਾਦ ਕਰਨਾ। ਜਦੋਂ ਗੁਰੂ ਘਰ ਦੇ ਵਿੱਚ ਲੰਗਰਾਂ ਦਾ ਘਾਟਾ ਨਹੀਂ ਸੀ, ਮਹਾਰਾਜ ਖੁੱਲਾ ਦਾਨ ਕਰਦੇ ਸੀ, ਉਦੋਂ ਵੀ ਸਿੱਖ ਨਾਲ ਸੀ। ਜਿੱਦਣ ਭੁੱਖ ਦਾ ਸਮਾਂ ਆਇਆ, ਜਿੱਦਣ ਸ਼ਹਾਦਤ ਦਾ ਸਮਾਂ ਆਇਆ, ਉਦਣ ਵੀ ਨਾਲ ਨੇ। ਤਾਂ ਐਸੇ ਗੁਰਸਿੱਖ ਗੁਰਬਾਣੀ ਦੇ ਅਨੁਸਾਰ ਹਨ ਜਿਹੜੇ ਚਾਹੁੰਦੇ ਨੇ ਗੁਰੂ ਮਹਾਰਾਜ ਦੇ ਵਾਸਤੇ ਸ਼ਹੀਦ ਹੋ ਜਾਈਏ। ਮਹਾ ਸ਼ੁਦਤ ਹਵੈ ਦਿਵਸ ਗੁਜ਼ਾਰੈ, ਬੜੀ ਭੁੱਖ ਦੇ ਨਾਲ ਜੂਝ ਕੇ ਭੁੱਖੇ ਧਿਆਏ ਸਾਰਾ ਦਿਨ ਗੁਜ਼ਾਰਦੇ ਹਨ। ਕਟ ਕਸ ਰਹਿ ਤਫੰਗਨ ਮਾਰੈ, ਤਾਂ ਇਸ ਤਰ੍ਹਾਂ ਕਮਰ ਕੱਸੇ ਕਰਕੇ ਰੱਖਦੇ, ਤਿਆਰ ਬਰ ਤਿਆਰ ਰਹਿੰਦੇ, ਭਾਵੇਂ ਭੁੱਖੇ ਨੇ। ਜੇ ਕੋਈ ਵੈਰੀ ਨਜ਼ਰ ਆਉਂਦਾ ਉਹਨੂੰ ਗੋਲੀਆਂ ਮਾਰਦੇ ਹਨ। ਪਾਓ ਪਾਓ ਭਰ ਕਬ ਕਬ ਅੰਨ, ਕਦੀ ਕਦੀ ਪਾਈਆ ਪਾਈਆ, ਕਿੰਨਾ ਕੁ ਹੁੰਦਾ ਇੰਨੇ ਸਿੰਘਾਂ ਲਈ।
ਤਾਂ ਪਾਈਆ ਪਾਈਆ ਅਨਾਜ ਆਉਂਦਾ, ਇਹਨਾਂ ਭੋਜਨ ਉੱਥੇ ਅਨੰਦਪੁਰ ਸਾਹਿਬ ਪਹੁੰਚਦਾ ਹੈ। ਬਨੇ ਗੁਰੂ ਘਰ ਤੇ ਅਚਵਨ, ਤਾਂ ਉਹ ਪਾਈਆ ਹੁਣ ਇੰਨੇ ਸਿੰਘਾਂ 'ਚ ਦੱਸੋ ਕਿ ਆਦਿਕ ਮਿਲਦਾ ਹੈ। ਬੰਦਿਓ ਪੋਟਨ ਬਿਖੈ ਤੇਕ, ਤਾਂ ਜਿੰਨਾ ਮਿਲਦਾ ਉਹਨੇ ਦੀਆਂ ਪੋਟਲੀਆਂ ਬੰਨ ਕੇ ਕੋਲ ਰੱਖ ਲੈਂਦੇ ਹਨ। ਕੇਤਕ ਲਾਦ ਲੀਨ ਨਿਜ ਘੋਰੇ, ਤਾਂ ਕਈਆਂ ਨੇ ਆਪਣੇ ਘੋੜਿਆਂ ਦੇ ਉੱਤੇ ਅਨਾਜ ਲੱਦ ਲਿਆ। ਕ੍ਰਿਤ ਮਿਸਟਾਨ ਪਾਏ ਜੋ ਟੋਰੇ, ਕੁਝ ਮਿੱਠਾ ਮਿਲ ਗਿਆ, ਘਿਓ ਮਿਲ ਗਿਆ, ਜੋ ਕੁਝ ਵੀ ਥੋੜਾ ਬਹੁਤਾ ਮਿਲ ਗਿਆ। ਵਸਤ ਜੋ ਖੈਬੇ ਕੀ ਤਹਿ ਪਾਈ, ਜੋ ਵੀ ਖਾਣ ਪੀਣ ਦਾ ਕੋਈ ਸਮਾਨ ਉਹਨਾਂ ਨੂੰ ਉਥੋਂ ਪ੍ਰਾਪਤ ਹੋਇਆ, ਸੋ ਸਭ ਸਿੰਘਨ ਲੀਨ ਉਚਾਈ। ਉਹ ਸਾਰਾ ਉਹਨਾਂ ਸਿੱਖਾਂ ਨੇ ਆਪਣੇ ਸਾਥੀ ਸਿੱਖਾਂ ਨੂੰ ਚੁਕਵਾ ਦਿੱਤਾ। ਲੈ ਕਰ ਨਿਕਸ ਚਲੇ ਮਗ ਪਰੇ, ਤਾਂ ਲੈ ਕੇ ਸਾਰਾ ਭੋਜਨ ਪ੍ਰਸ਼ਾਦੇ ਦਾ ਸਮਾਨ ਉੱਥੋਂ ਨਿਕਲੇ ਨੇ, ਰਸਤੇ ਤੇ ਤੁਰ ਪਏ ਹਨ। ਪਿਛੇ ਰੌਰ ਮਹਾਨਰ ਕਰੇ, ਪਿੰਡ ਦੇ ਵਿੱਚ ਰੌਲਾ ਪੈ ਗਿਆ, ਪਿੰਡ ਦੇ ਲੋਕ ਮਗਰ ਲੱਗੇ ਹਨ। ਗਹਿ ਗਹਿ ਹਾਥਨ ਮਹਿ ਹਥਿਆਰੇ, ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਲੋਕਾਂ ਨੇ, ਕਿਰਪਾਨਾਂ ਡਾਂਗਾ ਚੁੱਕ ਕੇ ਇਸ ਤਰ੍ਹਾਂ ਪਿੱਛੇ ਆਉਂਦੇ ਹਨ। ਮਿਲ ਕਰ ਪਰੇ ਸਬੂਹ ਪਿਛਾਰੇ, ਸਾਰਾ ਪਿੰਡ ਜਿਹੜਾ ਸੀ ਇਕੱਠਾ ਹੋ ਕੇ ਪਿੱਛੇ ਪੈ ਗਿਆ ਸਿੰਘਾਂ ਦੇ। ਜਿਨ ਸਿਰ ਪੋਟ ਸੁਆਗੇ ਕਰੇ, ਜਿਨ੍ਹਾਂ ਦੇ ਸਿਰ ਦੇ ਉੱਤੇ ਪੋਟਲੀਆਂ ਸੀ ਵੀ ਅਸੀਂ ਸ਼ਹੀਦ ਵੀ ਹੋ ਜਾਈਏ, ਤੇ ਸਿੰਘਾਂ ਨੂੰ, ਬੱਚਿਆਂ ਨੂੰ, ਉੱਥੇ ਜਿਹੜੇ ਲੋੜਵੰਦ ਪਰਿਵਾਰ ਨੇ, ਭੁੱਖੇ ਨੇ, ਉਹਨਾਂ ਨੂੰ ਲੰਗਰ ਪਹੁੰਚ ਜੇ। ਤਾਂ ਜਿਨ੍ਹਾਂ ਦੇ ਸਿਰਾਂ ਤੇ ਅਨਾਜ ਦੀਆਂ ਪੋਟਲੀਆਂ ਉਹਨਾਂ ਨੂੰ ਅੱਗੇ ਭੇਜ ਦਿੱਤਾ। ਪਾਛੇ ਰਹੇ ਤੁਪਕ ਕਰ ਧਰੇ, ਤਾਂ ਆਪਣੇ ਹੱਥਾਂ ਵਿੱਚ ਬੰਦੂਕਾਂ ਲੈ ਕੇ ਉਹਨਾਂ ਦੇ ਪਿੱਛੇ ਉਹਨਾਂ ਦੀ ਰਖਵਾਲੀ ਕਰ ਰਹੇ ਹਨ। ਪਰੇ ਗੈਲ ਸੇ ਮਾਰ ਹਟਾਏ, ਜਿਹੜੇ ਲੋਕ ਪਿੱਛੇ ਪਏ ਹੋਏ ਸੀ, ਜਿਹੜੇ ਹਥਿਆਰ ਲੈ ਕੇ ਪਹਾੜੀ ਨਗਰਾਂ ਦੇ ਲੋਕ ਪਿੱਛੇ ਫੜਨ ਲਈ ਆ ਰਹੇ ਨੇ, ਤਾਂ ਇਸ ਤਰ੍ਹਾਂ ਉਹਨਾਂ ਨੂੰ ਬੰਦੂਕਾਂ ਦੇ ਨਾਲ ਪਿੱਛੇ ਕਰ ਦਿੱਤਾ, ਡਰਾ ਦਿੱਤਾ ਹੈ। ਤਮ ਮਹਿ ਡਰਤ ਨਾ ਕੋ ਨਿਰਾਏ, ਹਨੇਰੇ ਦੇ ਕਰਕੇ ਜਦੋਂ ਬੰਦੂਕਾਂ ਚੱਲਦੀਆਂ ਫਿਰ ਡਰਦਾ ਮਾਰਾ ਕੋਈ ਨੇੜੇ ਨਹੀਂ ਆਉਂਦਾ। ਖੈਬੇ ਹਿਤ ਦਿਨ ਕਿਤਕ ਗੁਜ਼ਾਰਾ, ਤਾਂ ਜਿੰਨਾ ਕੁ ਅਨਾਜ ਮਿਲਿਆ, ਥੋੜੇ ਜਿਹੇ ਦਿਨਾਂ ਦਾ ਗੁਜ਼ਾਰਾ ਹੋ ਜੇ ਜਿਹਦੇ ਨਾਲ, ਉਹਨਾਂ ਕੋ ਅਨਾਜ ਲੈ ਕਰਕੇ ਆਨਿਓ ਅੰਨ ਤਰਾਸ ਨਿਰਵਾਰਾ। ਤਾਂ ਬੇਫਿਕਰ ਹੋ ਬੜੀ ਦਲੇਰੀ ਦੇ ਨਾਲ ਸਿੰਘਾਂ ਨੇ ਇਹ ਥੋੜਾ ਜਿਹਾ ਅਨਾਜ 1-2 ਦਿਨਾਂ ਦਾ ਇਕੱਠਾ ਕਰਕੇ ਲਿਆਂਦਾ। ਬਰੇ ਦੁਰਗ ਮਹਿ ਫਤਿਹ ਬੁਲਾਈ, ਤਾਂ ਉੱਚੀ ਉੱਚੀ ਫਤਿਹ ਬੁਲਾਉਂਦੇ ਹੋਏ ਆ ਕੇ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਵੜ ਗਏ ਹਨ। ਵਿਸਰਾਮੇ ਕਰ ਤਿਆਰ ਸੁਖਾਈ, ਤਾਂ ਆ ਕੇ ਵਿਸਰਾਮ ਕੀਤਾ, ਪਹਿਲਾਂ ਆ ਕੇ ਪ੍ਰਸ਼ਾਦਾ ਤਿਆਰ ਕੀਤਾ, ਅਨਾਜ ਪਕਾ ਕੇ ਛਕ ਕੇ ਫਿਰ ਵਿਸਰਾਮ ਕੀਤਾ ਹੈ। ਕਿਤਕ ਦਿਵਸ ਇਸ ਭਾਂਤ ਬਿਤਾਏ, ਕਈ ਦਿਨ ਗੁਰੂ ਕੇ ਸਿੱਖਾਂ ਨੇ ਇਸੇ ਤਰ੍ਹਾਂ ਬਤੀਤ ਕੀਤੇ, ਭੁੱਖੇ ਭਾਣੇ, ਥੋੜਾ ਥੋੜਾ ਛਕ ਕੇ। ਬਹੁਰ ਸ਼ੁਦਾ ਤੇ ਸਿੱਖ ਬਿਕੁਲਾਏ, ਫਿਰ ਉਹ ਜਿਹੜਾ ਥੋੜਾ ਬਹੁਤਾ ਭੋਜਨ ਸੀ ਉਹ ਵੀ ਮੁੱਕ ਗਿਆ। ਬਹੁਤੇ ਜ਼ਿਆਦਾ ਤੰਗ ਹੋ ਗਏ ਭੁੱਖ ਦੇ ਨਾਲ ਗੁਰੂ ਦੇ ਸਿੱਖ। ਬ੍ਰਿਛਨ ਕੀਲੇ ਸ਼ੀਲ ਉਤਾਰੀ, ਹੁਣ ਧਿਆਨ ਨਾਲ ਸੁਣਿਓ ਸੰਗਤ ਜੀ, ਕਿਹੋ ਜਿਹਾ ਮਾੜਾ ਸਮਾਂ ਸੀ। ਜਿਹੜੇ ਰੁੱਖ ਸੀ ਨਾ ਵਿੱਚ ਆਨੰਦਪੁਰ ਸਾਹਿਬ ਦੇ, ਉਹਨਾਂ ਦੀ ਛਿੱਲ ਵੀ ਲਾ ਲਈ। ਅੱਜ ਆਪਾਂ ਚੰਗਾ ਭਲਾ ਖਾ ਕੇ ਵੀ ਗੁਰੂ ਨੂੰ ਲਾਮਾ ਦਿੰਦੇ ਆ, ਤੇ ਕਈ ਵਾਰੀ ਇੰਨੇ ਗਏ ਗੁਜਰੇ ਵੀ ਆ, ਅਸੀਂ ਵੀ ਕੋਈ 2-4 ਲੱਖ ਦੇਵੇ ਤੇ ਅਸੀਂ ਕਹਿੰਦੇ ਆ ਗੁਰੂ ਕੌਣ ਹੈ। ਪਰ ਗੁਰੂ ਕੇ ਸਿੱਖਾਂ ਨੇ ਕਹਿੰਦੇ ਰੁੱਖਾਂ ਦੀਆਂ ਛਿੱਲਾਂ ਵੀ ਲਾ ਕੇ ਖਾ ਲਈਆਂ। ਜਿਹੜਾ ਸੱਕ ਹੁੰਦਾ, ਸੱਕ ਵੀ ਨਹੀਂ ਸੀ ਬਚਿਆ ਆਨੰਦਪੁਰ ਸਾਹਿਬ ਰੁੱਖਾਂ ਤੇ, ਉਹ ਵੀ ਛਕ ਲਿਆ ਸੀ ਸਾਰਾ। ਕੂਟ ਕਰੈ ਖੈਬੇ ਹਿਤ ਤਿਆਰੀ, ਤਾਂ ਉਹਨੂੰ ਖਾਣ ਵਾਸਤੇ ਛਿੱਲ ਨੂੰ ਪਹਿਲਾਂ ਕੁੱਟਦੇ ਨੇ, ਰੁੱਖਾਂ ਦੇ ਸੱਕ ਨੂੰ, ਤੇ ਉਹਨੂੰ ਹੀ ਕੁੱਟ ਕੇ ਖਾ ਲੈਂਦੇ ਹਨ। ਕੇਤਕ ਲੈ ਤਰਵਰ ਕੇ ਪਾਤ, ਕਈ ਫਿਰ ਰੁੱਖਾਂ ਦੇ ਪੱਤੇ ਤੋੜ ਤੋੜ ਕਰਕੇ ਤਰਹਿ ਅਗਨ ਪਰ ਰਿਧਹਿ ਖਾਤ, ਤਾਂ ਉਹਨਾਂ ਪੱਤਿਆਂ ਨੂੰ ਅੱਗ ਦੇ ਉੱਤੇ ਸੇਕ ਕੇ ਜਿੱਦਾਂ ਸਾਗ ਤਿਆਰ ਕਰਦੇ ਆ, ਇਹਦਾ ਰੁੱਖਾਂ ਦੇ ਪੱਤੇ ਰਿੰਨ ਰਿੰਨ ਕੇ ਖਾਂਦੇ ਹਨ। ਕੇਤਕ ਫਿਰ ਕੈ ਜਿਤ ਗਿਤ ਟੋਰ, ਕਈ ਫਿਰ ਕੇ ਸਾਰੇ ਨਗਰ ਦੇ ਵਿੱਚ ਲਾਗੇ ਲਾਗੇ ਜਿਹੜੀਆਂ ਥਾਵਾਂ ਨੇ, ਤਾਂ ਉੱਥੇ ਭਾਲ ਕਰਦੇ ਖਾਣ ਲਈ ਕਿਸੇ ਵਸਤੂ ਦੀ। ਫਲ ਫੂਲਨ ਕੋ ਅੰਨ ਹੈ ਤੋਰ, ਜੇ ਕੋਈ ਫਲ ਮਿਲ ਜੇ ਤੇ ਬੜੇ ਚੰਗੇ ਭਾਗ ਕਿਸੇ ਦੇ। ਜਿੱਥੇ ਪੱਤੇ ਨਹੀਂ ਬਚੇ, ਸੱਕ ਨਹੀਂ ਬਚੇ, ਉੱਥੇ ਫਲ ਕਿੱਥੋਂ ਰਹਿਣ। ਕੋਈ ਫਲ ਮਿਲ ਜੇ ਉਹ ਛਕ ਲੈਂਦੇ ਨੇ, ਕੋਈ ਫੁੱਲ ਵੀ ਮਿਲ ਜੇ ਕਿਸੇ ਬੂਟੇ ਦਾ ਉਹ ਵੀ ਛਕ ਲੈਂਦੇ ਹਨ। ਅਧਿਕ ਸ਼ੁਦਾ ਕੋ ਸਿੰਘ ਸਹਾਰੇ, ਤਾਂ ਇਸ ਤਰ੍ਹਾਂ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਭੁੱਖ ਸਹਾਰ ਰਹੇ ਹਨ। ਹੋਏ ਜੰਗ ਤੋ ਆਯੁਧ ਮਾਰੇ, ਪਰ ਭੁੱਖੇ ਰਹਿ ਕੇ ਵੀ ਵੇਖੋ
ਕਿੱਡਾ ਜਜ਼ਬਾ ਭਰਿਆ ਗੁਰੂ ਮਹਾਰਾਜ ਨੇ ਉਹਨਾਂ ਦੇ ਅੰਦਰ। ਕਿੰਨੀ ਸੂਰਮਤਾਈ ਆ ਵੀ ਭੁੱਖੇ ਰਹਿ ਕੇ ਪੱਤੇ ਖਾ ਕੇ ਵੀ ਜਦੋਂ ਜੰਗ ਹੁੰਦਾ, ਵੈਰੀ ਹਮਲਾ ਕਰਦੇ ਨੇ, ਉਦੋਂ ਸਿੰਘ ਹਥਿਆਰ ਲੈ ਕੇ ਉਹਨਾਂ ਦਾ ਜਵਾਬ ਦਿੰਦੇ, ਹਮਲੇ ਕਰਦੇ ਹਨ। ਅਰਪਹਿ ਸੀਸ ਨਹੀਂ ਕਿਤ ਜਾਵੇਂ। ਤਾਂ ਜਿਨ੍ਹਾਂ ਨੇ ਸੀਸ ਭੇਟ ਕੀਤਾ ਹੋਵੇ ਨਾ, ਜਿਨ੍ਹਾਂ ਨੇ ਦਿਲੋਂ ਗੁਰੂ ਨੂੰ ਅਰਪਣ ਕਰਤਾ ਹੋਵੇ ਸੀਸ, ਉਹ ਫਿਰ ਕਿਤੇ ਜਾਂਦੇ ਨਹੀਂ, ਉਹ ਭੱਜਦੇ ਨਹੀਂ, ਉਹ ਗੁਰੂ ਦਾ ਲੜ ਨਹੀਂ ਛੱਡਦੇ। ਗੁਰ ਹਿਤ ਦਹਿ ਦੇਰ ਨਾ ਲਾਵੇਂ। ਉਹ ਆਪਣਾ ਸੀਸ ਗੁਰੂ ਵਾਸਤੇ ਵਾਰ ਦਿੰਦੇ ਨੇ, ਗੁਰੂ ਵਾਸਤੇ ਸੀਸ ਵਾਰਦਿਆਂ ਦੇਰ ਨਹੀਂ ਲਾਉਂਦੇ। ਐਸੇ ਗੁਰਸਿੱਖ ਜਿਹੜੇ ਹੁੰਦੇ ਨੇ, ਉਹਨਾਂ ਦੀ ਉਪਮਾ ਦੇ ਵਿੱਚ ਆਪਾਂ ਜੁੜ ਬੈਠਦੇ ਆ। ਜਿਹੜੇ ਗ੍ਰੰਥ ਨੇ ਉਹਨਾਂ ਦੀ ਉਪਮਾ ਲਿਖੀ ਜਾਂਦੀ ਹੈ ਗ੍ਰੰਥਾਂ ਦੇ ਵਿੱਚ, ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਲਈ ਆਪਣਾ ਸੀਸ ਵਾਰਿਆ। ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਨੇ। ਐਸੇ ਗੁਰਸਿੱਖਾਂ ਦੀ ਮਹਾਨ ਕਮਾਈ ਹੈ। ਉਹਨਾਂ ਦੇ ਕਸ਼ਟਾਂ ਦੇ ਕਰਕੇ ਉਹਨਾਂ ਨੇ ਇੰਨੀਆਂ ਤਕਲੀਫਾਂ ਸਹੀਆਂ, ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ। ਅੱਜ ਸਾਡੇ ਘਰ ਦੇ ਵਿੱਚ ਭੋਜਨ ਪਦਾਰਥ ਨੇ, ਅੱਜ ਛਕਣ ਲਈ ਪ੍ਰਸ਼ਾਦਾ ਹੈ। ਤਾਂ ਜਦੋਂ ਵੀ ਕੋਈ ਛਕਦੇ ਆ, ਉਹਨਾਂ ਦਾ ਧੰਨਵਾਦ ਕਰਿਆ ਕਰੀਏ। ਉਹਨਾਂ ਭੁੱਖੇ ਰਹਿ ਕੇ ਸਾਨੂੰ ਇਹ ਸਭ ਕੁਝ ਸਤਿਗੁਰਾਂ ਦਾ ਪਾਵਨ ਇਤਿਹਾਸ, ਸਿੰਘਾਂ ਦੇ ਕਸ਼ਟ ਦੇ ਸਮੇਂ ਦਾ, ਆਨੰਦਪੁਰ ਸਾਹਿਬ ਦੇ ਘੇਰੇ ਦਾ ਇਤਿਹਾਸ ਸਰਵਣ ਕੀਤਾ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।